नमस्कार, सत श्री अकाल, आदाब दोस्तों। मैं हाँ मनीष बियाला ते तुहाडा सारिਆਂ ਦਾ स्वागत है अज दा मुद्दा प्रोग्राम दे विच। ये लाइव प्रोग्राम है ਅਤੇ इस लाइव प्रोग्राम दे विच ਅਸੀਂ ਅੱਜ मुद्दा लैके हाज़र होए हैं ਜਿਹਦੇ ਤੋਂ ਸਾਰਿਆਂ ਨੂੰ सचेत होना पएगा। ਤੁਸੀਂ ਮੈਨੂੰ ਇਸ ਸਕਰੀਨ ਤੇ ਬੜੇ ਲੰਮੇ ਸਮੇਂ ਬਾਅਦ ਦੇਖ ਰਹੇ ਹੋ, लेकिन मैं जस पंजाबी परिवार ਦਾ ਇੱਕ ਅੰਗ ਸੀ ਅਤੇ ਉਹ ਦੁਬਾਰਾ ਵਾਪਸੀ ਹੋਈ ਹੈ ਅਤੇ ਹਰ ਵੀਰਵਾਰ ਜਿਹੜਾ ਮੈਂ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਕਰਾਂਗਾ। ਅਤੇ मैं जरूर ਚਾਹਾਂਗਾ कि ਤੁਸੀਂ ਵੀ ਆਪਣੇ ਜਿਹੜੀ ਇਨਪੁਟ ਹੈਗੀ ਹੈ ਉਹ ਮੇਰੇ ਨਾਲ ਜ਼ਰੂਰ ਸਾਂਝੀ ਕਰਨਾ। ਸੋ ਉਹਦੀ ਜਾਣਕਾਰੀ ਵੀ ਜਿਹੜੀ ਅਸੀਂ ਨਾਲ ਟੀਵੀ ਸਕਰੀਨ ਦੇ ਉੱਤੇ ਦੇਵਾਂਗੇ। ਲੇਕਿਨ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਅੱਜ ਕਾਲਸ ਵੀ ਲਵਾਂਗੇ ਅਤੇ ਇਸ ਮੁੱਦੇ ਦੇ ਉੱਤੇ ਤੁਸੀਂ ਕੀ ਸਮਝਦੇ ਹੋ ਜਾਂ ਤੁਹਾਡੇ ਕੀ ਵਿਚਾਰ ਨੇ ਉਹਨਾਂ ਨੂੰ ਵੀ ਐਡ ਕਰਾਂਗੇ। ਸਾਡੇ ਇਸ ਸਮਾਜ ਦੇ ਵਿੱਚ ਇਹ ਹਮੇਸ਼ਾ ਹੁੰਦਾ ਰਿਹਾ कि कई बार असी धर्म के नाम के उत्ते जां जज्बाती हो के कई बार इस तरीके से उलझ जाने हैं कि लोग साडा निजी फायदा चुक जाते हैं। कई बार सानू इस तरीके नाल जिहड़ा वो समस्यावां साडे सामने रखियां जांदियां ने जिहदा असी दिलों हल ते करना चाहुंदे हां, लेकिन उस हल दे विच जिहड़े ने लोग अपना उल्लू सीधा करके जिहड़ा वो तुर पैंदे ने। लेकिन जिन्हां नूं असल दे विच लोड़ हुंदी है जां जिन्हां नूं साडे सामने प्रजेंट किया हुंदा है कि इन्हां दे वास्ते सानूं मदद चाहिदी है, वो बेचारे वेखते रहिंदे ने ईद दे चंद वांगू कि कदों वो लोग आउणगे, कदों मदद की जाएगी। अज असीं गल करांगे अफगानी सिखां दी, अफगानी हिंदुआं दी। दुनिया भर दे विच मसला जिहड़ा है मशहूर होया, दुनिया भर दे उत्ते लोकां ने इहदे उत्ते चर्चावां कीतियां ने। दुनिया भर दे विच असीं वो तस्वीरां वेखियां ने ਜਿਹੜੀਆਂ ਦਿਲ ਦਹਿਲਾਉਂਦੀਆਂ ਨੇ, ਡਰਾਉਂਦੀਆਂ ਨੇ ਕਿ ਇੱਕ ਕਮਿਊਨਿਟੀ ਦੇ ਨਾਲ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਿੱਥੇ ਉਹਨਾਂ ਦੀ ਕਦੀ ਤੂਤੀ ਬੋਲਦੀ ਹੋਵੇ, ਜਿੱਥੇ ਕਦੀ ਉਹਨਾਂ ਦੇ ਮੇਲੇ ਲੱਗਦੇ ਹੋਣ, ਅੱਜ ਉੱਥੇ ਇੱਕ ਦਰਜਨ ਲੋਕ ਵੀ ਉਹਨਾਂ ਦੇ ਨਾਲ ਵਸਣ। ਅਫਗਾਨਿਸਤਾਨ ਦੀ ਧਰਤੀ ਦੇ ਉੱਤੇ ਕਹਿੰਦੇ ਨੇ ਕਿ ਅਫਗਾਨਿਸਤਾਨ ਦੇ ਅਗਰ ਇਤਿਹਾਸ ਨੂੰ ਤੁਸੀਂ ਫਲੋਰਨਾ ਹੋਵੇ ਤਾਂ ਸਿੱਖ ਭਾਈਚਾਰੇ ਜਾਂ ਹਿੰਦੂ ਭਾਈਚਾਰੇ ਤੋਂ ਬਗੈਰ ਉਹ ਸੰਪੂਰਨ ਨਹੀਂ ਹੁੰਦਾ। ਪਰ ਅੱਜ ਦਾ ਦਿਨ ਇਹ ਕਹਿੰਦਾ ਹੈ ਕਿ ਉਹਨਾਂ ਨੂੰ ਹੀ ਉਸ ਜ਼ਮੀਨ ਤੋਂ ਉੱਤੋਂ ਜਿਹੜਾ ਕੱਢ ਕੇ ਬਾਹਰ ਕਰ ਦਿੱਤਾ ਗਿਆ। ਉਹਦੇ ਵਿੱਚ ਸਾਡੇ ਲੋਕ ਵੀ ਜ਼ਿੰਮੇਵਾਰ ਨੇ, ਰਾਜਨੀਤਿਕ ਹਾਲਾਤ ਵੀ ਜ਼ਿੰਮੇਵਾਰ ਨੇ ਅਤੇ ਕਹਿ ਸਕਦੇ ਕਿ ਉੱਥੇ ਜਿਹੜੀ ਉਥਲ ਪੁਥਲ ਹੋਈ ਹੈ ਉਹ ਵੀ ਜ਼ਿੰਮੇਵਾਰ ਹੈ। ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਕੁਝ ਗੈਸਟਾਂ ਨੂੰ ਵੀ ਇਨਵਾਈਟ ਕੀਤਾ, ਉਹਨਾਂ ਲੋਕਾਂ ਨੂੰ ਵੀ ਸੱਦਿਆ ਜਿਨ੍ਹਾਂ ਨੇ ਆਪਣੇ ਪਿੰਡੇ ਦੇ ਉੱਤੇ ਆਪ ਹੰਡਾਇਆ, ਉਸ ਪੂਰੇ ਦਰਦ ਨੂੰ ਵੇਖਿਆ, ਉਹ ਗੋਲੀਆਂ ਦੀ ਆਵਾਜ਼ ਜਿਹੜੀ ਆਪ ਸੁਣੀ ਹੈ, ਆਪਣੀਆਂ ਅੱਖਾਂ ਦੇ ਸਾਹਮਣੇ ਆਪਣਿਆਂ ਨੂੰ ਮਰਦੇ ਹੋਏ ਵੇਖਿਆ। ਇਹ ਆਪਣੇ ਆਪ 'ਚ ਕਹਿੰਦੇ ਨੇ ਕਿ ਬਹੁਤ ਸਾਰਾ ਇਹ ਵੱਡੀ ਤਰਾਸਦੀ ਹੈ, ਮਾਈਗ੍ਰੇਸ਼ਨ ਜਿਹੜੀ ਬਹੁਤ ਵੱਡੀ ਤਰਾਸਦੀ ਹੈ। ਬਹੁਤੇ ਲੋਕੀ ਜਿਹੜੇ ਨੇ ਆਪਣੇ ਜੀਵਨ ਨੂੰ ਉੱਚਾ ਚੁੱਕਣ ਵਾਸਤੇ ਜਾਂ ਤਰੱਕੀ ਕਰਨ ਵਾਸਤੇ ਜਾਂ ਖੁਸ਼ੀਆਂ ਖੇੜੇ ਹਾਸਲ ਕਰਨ ਵਾਸਤੇ ਇੱਕ ਮੁਲਕ ਤੋਂ ਦੂਸਰੇ ਮੁਲਕ ਪ੍ਰਵਾਸ ਕਰਦੇ ਆਏ ਨੇ, ਸਦੀਆਂ ਤੋਂ ਹੁੰਦਾ ਰਿਹਾ। ਪਰ ਇਹ ਜਿਹੜਾ ਪ੍ਰਵਾਸ ਸੀ ਇਹ ਜਬਰੀ ਪ੍ਰਵਾਸ ਸੀ। ਇਹ ਉਹ ਪ੍ਰਵਾਸ ਸੀ ਜਿਹਦੇ ਵਿੱਚ ਤੁਹਾਨੂੰ 5 ਮਿੰਟ ਨਹੀਂ ਹੈਗੇ ਕਿ ਤੁਸੀਂ ਆਪਣਾ ਕੀ ਲੈ ਕੇ ਜਾਣਾ ਹੈ, ਕੀ ਛੱਡ ਕੇ ਜਾਣਾ ਹੈ। उस तरीके के हालात ने। सो अज के इस प्रोग्राम के सब तो पहला मेरे नाल शो के बैठे हुए हैं सरदार हरचंद सिंह मुसाफिर, जिन्होंने असीं प्यार नाल गुलाटी जी भी कहने हैं। गुलाटी जी बहुत बहुत स्वागत। सत श्री अकाल जी, नमस्कार जी। उन्हां दे नाल तुसीं देख सकते हो मिस्टर सैनापति जी बैठे हुए हैं। सैनापति जी भी जिहड़े ने अफगानिस्तान की धरती तो जिहड़े ने अज अमरीका दे विच आए ने, लेकिन इन्हां दी भी एक दर्दनाक स्टोरी है, उहदे ते भी असीं गलबात करांगे। ते उन्हां दे नाल ਸਕਰੀਨ ਦੇ ਉੱਤੇ ਤੁਸੀਂ ਵੇਖ ਰਹੇ ਹੋ ਸਰਦਾਰ ਹਰਿੰਦਰ ਸਿੰਘ ਜੀ ਸੋਨੀ, ਇਹ ਵੀ ਜਿਹੜੇ ਨੇ ਇਸ ਵੇਲੇ ਆਏ ਨੇ। ਖਾਸ ਤੌਰ 'ਤੇ ਸਭ ਤੋਂ ਲੇਟੈਸਟ ਅਗਰ ਕਿਸੇ ਨੇ ਉਸ ਧਰਤੀ ਨੂੰ ਛੱਡਿਆ, ਅਖੀਰ ਦੇ ਵਿੱਚ ਛੱਡਿਆ, ਤਾਂ ਉਹ ਹਰਿੰਦਰ ਸਿੰਘ ਸੋਨੀ ਹੈਗੇ ਨੇ। ਲੇਕਿਨ ਛੱਡਣ ਤੋਂ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਕਹਿੰਦੇ ਨੇ ਕਿ ਉਹ ਯਾਦਾਂ ਨੇ, ਉਹ ਦਰਦ ਹੈ ਜਿਹਨੂੰ ਇਹ ਸਾਰੀ ਉਮਰ ਨਹੀਂ ਭੁਲਾ ਸਕਦੇ, ਕਿਉਂਕਿ ਛੱਡਣ ਤੋਂ ਪਹਿਲਾਂ ਉਸੇ ਹੀ ਧਰਤੀ ਦੇ ਉੱਤੇ ਇਹਨਾਂ ਨੇ ਆਪਣੇ ਪਿਤਾ ਦੀ ਡੈੱਡ ਬੋਡੀ ਵੇਖੀ ਹੈ, अपनी वाइफ की जी डैड बॉडी वेखी है, तो अपनी बच्ची की डैड बॉडी वेखी है। क्योंकि जोड़ा मार्च 25 2020 में अतवादी हमला होंदा, उस हमले दे विच इन्हां दे परिवारां दे जी जिहड़े ने वो खो लिते जांदे ने, सुख चैन खो लिता जांदा है, धरती खो लिती जांदी है, तो भविख जिहड़ा वो खो लिता जांदा है। तुहाडा सारिआं दा बहुत बहुत स्वागत। सब तो पहला मैं सैनापति जी होना ना इस प्रोग्राम के जी गलबात करांगा, क्योंकि ये पलायन करते हैं उस धरती तो 1981 के। बहुत सारे लोग समझणगे कि बहुत पुराना समा है, 40 साल के तकरीबन समा हो चुका है। लेकिन जो शो तो पहला असीं गल्लां कर रहे सां, यादां ताज़ियां ने। इन्हां दे पिता डॉक्टर सोना राम जी जिहड़े ने उत्थों दे वड्डे हॉस्पिटल दे विच डॉक्टर सन,
ਅਤੇ ਖਾਸ ਤੌਰ 'ਤੇ ਸਾਡੀ ਕਮਿਊਨਿਟੀ ਜਿਹੜੀ ਹੈ ਬਹੁਤ ਕੁਛ ਉੱਥੇ ਜਿਹੜਾ ਇਸ ਤਰੀਕੇ ਦਾ ਕੰਮ ਕਰਦੀ ਰਹੀ ਹੈ। ਅਤੇ ਜਿਹੜੇ ਅੱਜ ਲੋਕ ਪਲਾਇਨ ਕਰਕੇ ਆਏ ਨੇ ਉਹ ਵੀ ਉੱਥੇ ਹਕੀਮੀ ਦਾ ਕੰਮ ਜਿਹੜਾ ਬਹੁਤ ਜ਼ਿਆਦਾ ਕਰਦੇ ਨੇ, ਜਿਹੜੇ ਦੇਸੀ ਜੜੀ ਬੂਟੀਆਂ ਵੇਚਣ ਦਾ। ਸੋ ਸੈਨਾਪਤੀ ਜੀ, ਮੈਂ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੀ ਭੂਮਿਕਾ ਦੇ ਵਿੱਚ ਕਿਹਾ, ਇਹ ਦਰਦ ਹੈ, ਪਲਾਇਨ ਜਿਹੜਾ ਸਭ ਤੋਂ ਵੱਡਾ ਦਰਦ ਹੈ, ਲੇਕਿਨ ਇਹਨੂੰ ਪ੍ਰੈਜ਼ੈਂਟ ਜਿਹੜਾ ਕਈ ਲੋਕਾਂ ਨੇ ਕੀਤਾ ਹੈ ਕਿ ਅਸੀਂ ਜਿਹੜੇ ਮਸੀਹੇ ਆ, ਤੁਸੀਂ ਸਾਡੀ ਮਦਦ ਕਰੋ ਤੇ ਅਸੀਂ ਮਸੀਹੇ ਬਣ ਕੇ ਜਿਹੜੇ ਉਹਨਾਂ ਲੋਕਾਂ ਦੀ ਮਦਦ ਕਰਾਂਗੇ। ਪਰ ਅੱਜ ਅਸੀਂ ਗੱਲ ਕਰਦੇ ਹਾਂ ਕਿ ਜਦੋਂ 70 ਦੇ ਦਸ਼ਕ ਦੇ ਵਿੱਚ ਕਿਹਾ ਜਾਂਦਾ ਕਿ 4 ਲੱਖ ਲੋਕ ਉੱਥੇ ਵੱਸਦੇ ਸਨ, ਅੱਜ ਅਫਗਾਨਿਸਤਾਨ ਦੀ ਧਰਤੀ ਦੇ ਉੱਤੇ ਤਕਰੀਬਨ 17 ਕਿ 18 ਲੋਕ ਵੱਸਦੇ ਨੇ। ਕਿਸੇ ਨੂੰ ਐਗਜ਼ੈਕਟ ਨੰਬਰ ਨਹੀਂ ਪਤਾ ਕਿਉਂਕਿ ਅਸਲ ਦੇ ਵਿੱਚ ਡਾਟਾ ਕਿਸੇ ਕੋਲ ਨਹੀਂ ਕੋਈ ਹੈਗਾ। ਲੇਕਿਨ ਇਹ ਅਗਰ 3 ਕੁ ਸਾਲਾਂ ਦੀ ਅਸੀਂ ਗੱਲ ਕਰੀਏ, 4 ਕੁ ਸਾਲਾਂ ਦੇ ਪਲਾਇਨ ਦੀ ਗੱਲ ਕਰੀਏ, ਬਹੁਤ ਸਾਰੇ ਲੋਕਾਂ ਦੇ ਭਾਵੇਂ ਇਹ ਆਪਣੇ ਘਰ ਛੱਡ ਕੇ ਆ ਗਏ ਨੇ, ਬਹੁਤ ਸਾਰੇ ਲੋਕਾਂ ਦੇ ਘਰ ਬਣ ਗਏ। ਇਹ ਪਹਿਲੀ ਵਾਰ ਇੱਥੇ ਨਹੀਂ ਹੋ ਰਿਹਾ, ਇਹ 84 ਦੇ ਵਿੱਚ ਵੀ ਹੋਇਆ। ਜਦੋਂ 84 ਦਿੱਲੀ ਦੇ ਵਿੱਚ ਜਿਹੜੇ ਦੰਗੇ ਹੁੰਦੇ ਨੇ, ਉਦੋਂ ਵੀ ਇਹ ਹੁੰਦਾ ਹੈ ਕਿ ਲੋਕਾਂ ਨੂੰ ਇੱਥੋਂ ਜਿਹੜੇ ਨੇ ਮਿਲੀਅਨਸ ਆਫ ਡਾਲਰ ਜਿਹੜੇ ਨੇ ਇਕੱਠੇ ਕੀਤੇ ਜਾਂਦੇ ਨੇ ਕਿ ਅਸੀਂ ਤਾਂ ਉਹਨਾਂ ਨੂੰ ਦੁਬਾਰਾ ਛੱਤਾਂ ਦੇਣੀਆਂ ਨੇ, ਅਸੀਂ ਘਰ ਦੇਣਾ ਹੈ, ਅਸੀਂ ਰੋਜ਼ਗਾਰ ਦੇਣਾ ਹੈ। ਪਰ ਅੱਜ ਵੀ ਉਹ ਲੋਕ ਜਿਹੜੇ ਨੇ ਵਿਧਵਾਵਾਂ ਕਲੋਨੀ ਦੇ ਵਿੱਚ ਜਿਹੜੇ ਨੇ, ਦੰਗਾ ਪੀੜਤੀ ਕਲੋਨਾਂ ਦੇ ਵਿੱਚ ਜਿਹੜੇ ਨੇ ਉਹ ਰਹਿ ਰਹੇ ਨੇ। ਇਹ ਸਾਡਾ ਕਹਿ ਸਕਦੇ ਕਿ ਮਾੜੀ ਕਿਸਮਤ ਹੈ ਕਿ ਸਾਡੇ ਲੋਕ ਵੀ ਜਿਹੜੇ ਨੇ ਵਿੱਚ ਫਾਇਦੇ ਚੁੱਕ ਜਾਂਦੇ ਨੇ। ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਪਹਿਲਾਂ ਦਰਦ ਕਿੰਨਾ ਕੁ ਵੱਡਾ ਹੈ ਇਹ ਮੂਵਮੈਂਟ ਦਾ, ਇਹ ਪਲਾਇਨ ਦਾ, ਤੇ ਜਿਹੜੇ ਲੋਕਾਂ ਨੇ ਇਹਨੂੰ ਇਸ ਤੋਂ ਮਿਸਯੂਜ਼ ਕੀਤਾ ਉਹਦੇ ਉੱਤੇ ਕੀ ਕਹੋਗੇ? ਜੋ ਮਾਈਗ੍ਰੇਸ਼ਨ ਦਾ ਜਾਂ ਪਲਾਇਨ ਦਾ ਦਰਦ ਹੈ ਉਹ ਐਕਸਪ੍ਰੈਸ ਬਹੁਤ ਸਪੈਸ਼ਲੀ ਸਾਡੀ ਕਮਿਊਨਿਟੀ ਦੇ ਲੋਕ ਬੜੇ ਕਮ ਕੀਤਾ, ਕਿਉਂਕਿ ਚਾਂਸ ਹੀ ਨਹੀਂ ਮਿਲਿਆ ਕਿ ਸਾਨੂੰ ਕਿਧਰੇ ਰੀਸੈਟਲਮੈਂਟ ਜਾਂ ਮਾਈਗ੍ਰੇਸ਼ਨ। ਸਾਨੇ ਸਾਰਿਆਂ ਨੇ ਇਹ ਕੋਸ਼ਿਸ਼ ਕੀਤੀ ਆੜੀ ਫੈਮਿਲੀ ਤੇ ਬਚਾਈਏ, ਪਹਿਲੇ ਆੜੇ ਬੱਚੇ ਤੇ ਬਚਾਈਏ, ਐਂਡ ਦੈਨ ਜਿੱਥੇ ਵੀ ਅਸੀਂ ਜਾਏਂਗੇ ਉੱਥੇ ਕੰਮ ਕਰੀਏ। ਉਹ ਹੁਣ ਦਰਦ ਇਹ ਹੁੰਦਾ ਕਿ ਅਸੀਂ ਆੜੇ ਬੱਚੇ ਤੇ ਵਾਪਸ ਨਹੀਂ ਲੈ ਜਾ ਸਕਦੇ, ਆੜੀ ਸ਼ਹਿਰ ਨਹੀਂ ਦੱਸਾਂਗੇ ਕਿੱਥੇ ਪੈਦਾ ਹੋਏ, ਕਿਹੜੇ ਮੰਦਰ ਗੁਰਦੁਆਰੇ 'ਚ ਅਸੀਂ ਵੱਡੇ ਹੋਏ, ਸਾਡੀ ਕਮਿਊਨਿਟੀ ਤੇ ਕੀ ਐਸੈਟਸ ਆਇਆ। ਸਾਡੀ ਕਮਿਊਨਿਟੀ ਉੱਥੇ ਤੁਸੀਂ ਗੱਲਬਾਤ ਵਿੱਚ ਦੇਖੋਗੇ, ਕਮਿਊਨਿਟੀ ਨੇ ਸੁਸਾਇਟੀ ਦੇ ਵਿੱਚ ਸਾਰੇ ਅੱਛੇ ਕੰਮ ਕੀਤੇ ਨੇ। ਮਿਲਟਰੀ 'ਚ ਪ੍ਰੋਫੈਸ਼ਨ ਵਿੱਚ ਡਾਕਟਰ ਆਏ, ਬੈਂਕਰਸ ਆਏ, ਬਿਜ਼ਨਸ ਵਿੱਚ ਸਾਡੀ ਕਮਿਊਨਿਟੀ ਕੰਟਰੋਲ ਕਰਦੀ ਹੈ ਸਾਰਾ। ਤਾਂ ਕਮਿਊਨਿਟੀ ਨੇ ਜੇ ਕੁਝ ਵੀ ਉੱਥੇ ਬਿਲਡ ਕੀਤਾ ਪਿਛਲੇ ਸਦੀਆਂ ਤੋਂ, ਕਿਉਂਕਿ ਇਹ ਗਲਤਫਹਿਮੀ ਹੈ ਲੋਕਾਂ 'ਤੇ ਕਿ ਜੋ ਹਿੰਦੂ ਸਿੱਖ ਅਫਗਾਨਿਸਤਾਨ ਦੇ ਹਨ ਉਹ ਕਿਸੇ ਵੀ ਤਰ੍ਹਾਂ ਇੰਡੀਆ 'ਚੋਂ ਕਦੀ ਆਏ, ਮਗਰ ਅਸੀਂ ਲੋਕ ਜੋ ਹੈ ਅਸੀਂ ਓਰੀਜਨਲ ਇਨਹੈਬੀਟੈਂਟਸ ਆਫ ਅਫਗਾਨਿਸਤਾਨ। ਅਸੀਂ ਸਾਡੀ ਹਿਸਟਰੀ ਜਿਤਨੀ ਹਿਸਟਰੀ ਅਫਗਾਨਿਸਤਾਨ ਦੀ ਹੈ ਉਤਨੀ ਪੁਰਾਣੀ ਸਾਡੀ ਹਿੰਦੂ ਸਿੱਖਾਂ ਦੀ ਹਿਸਟਰੀ ਹੈਗੀ। ਅਤੇ ਹਿੰਦੂ ਅਤੇ ਸਿੱਖ ਉੱਥੇ ਬੜੀ ਅੱਛੀ ਲਾਈਫ ਗੁਜ਼ਾਰੀ, ਅੱਛੇ ਟਾਈਮ 'ਤੇ। ਟੋਰਚਰ ਹੁੰਦੇ ਹੈ, ਥੋੜ੍ਹੇ ਡਿਫੀਕਲਟੀਜ਼ ਹੁੰਦੀਆਂ ਹੈ, ਬਟ ਕੈਪੀਟਲ ਸਿਟੀ ਸਪੈਸ਼ਲੀ ਕਾਬੁਲ, ਵੱਡੀ ਸਿਟੀਆਂ ਜਲਾਲਾਬਾਦ ਵਗੈਰਾ 'ਚ ਉਤਨੀ ਸਾਡੀ ਲਾਈਫ ਮੁਸ਼ਕਿਲ ਨਾ ਆਈ। ਤਾਂ 60s ਤੋਂ ਬਾਅਦ ਜਬ ਫੰਡਾਮੈਂਟਲ ਫੋਰਸ ਆਇਆ, ਦੈਨ ਉਸ ਵੇਲੇ ਬੜੀ ਮੁਸ਼ਕਿਲਾਤਾਂ ਸ਼ੁਰੂ ਹੋ ਗਈਆਂ। ਬੱਚੇ ਸਾਡੀ ਐਜੂਕੇਸ਼ਨ ਬੰਦ ਹੋ ਗਈ ਬੱਚਿਆਂ ਦੀ, ਸਕੂਲਾਂ 'ਚ ਸਾਨੂੰ ਟੌਰਚਰ ਹੋਣੇ ਲੱਗਿਆ, ਐਂਡ ਉਸ ਤੋਂ ਬਾਅਦ ਸਾਰੇ ਲੋਕਾਂ ਨੇ ਪਲਾਇਨ ਸ਼ੁਰੂ ਕਰ ਦਿੱਤਾ। ਅਤੇ ਉਸ ਪਲਾਇਨ ਦਾ ਜੋ ਫਾਇਦਾ ਕਈ ਐਸੋਸੀਏਸ਼ਨ ਨੇ ਉਠਾਇਆ, ਜੋ ਤੁਸਾਂ ਨੇ ਟੀ ਵੀ 'ਚ ਵੀ ਦੇਖਿਆ, ਇੱਧਰ ਵੀ ਦੇਖਿਆ, ਅਤੇ ਐਡਵਰਟਾਈਜ਼ਮੈਂਟ ਦੇ ਤੌਰ 'ਤੇ ਸ਼ਾਇਦ ਉਹਨਾਂ ਨੇ 5-10 ਜਣਿਆਂ ਦੀ ਮਦਦ ਵੀ ਕਰ ਦਿੱਤੀ ਹੋਵੇ, ਮਗਰ ਸਾਨੂੰ ਨਹੀਂ ਲੱਗਦਾ ਕਿ ਉਤਨੀ ਜਿਤਨੀ ਮਦਦ ਉਹਨਾਂ ਦੀ ਪਹੁੰਚਦੀ ਚਾਹੀਏ, ਜਿੰਨੀ ਉਹਨਾਂ ਦੀ ਉਮੀਦ ਜਗਾਈ ਗਈ ਹੈ ਕਿ ਉਹਨਾਂ 'ਤੇ ਕੁਛ ਨਾ ਕੁਛ ਸੋਲਿਊਸ਼ਨ ਮਿਲ ਸੀ, ਪੈਸੇ ਮਿਲ ਸਨ ਜਾਂ ਡਾਇਰੈਕਸ਼ਨ ਮਿਲ ਸੀ, ਜਾਂ ਉਹਨਾਂ ਦੀ ਕੁਛ ਹੱਦ ਤੱਕ ਕੋਈ ਅੱਛੇ ਐਸੋਸੀਏਸ਼ਨ ਹਨ ਜਿਨ੍ਹਾਂ ਨੇ ਕੁਛ ਮਦਦ ਕੀਤੀ ਹੈ, ਮਗਰ ਇਨ ਜਨਰਲ ਤੌਰ ਕਾਫੀ ਪੈਸੇ ਇਕੱਠਾ ਹੋਏ ਹੈ, ਮਗਰ ਸਾਨੂੰ ਕੁਛ ਪਤਾ ਨਹੀਂ ਕਿੱਥੇ ਯੂਜ਼ ਹੋਏ। ਅਸਲ ਦੇ ਵਿੱਚ ਜਿਹੜਾ ਮੇਨ ਅਗਰ ਗੱਲ ਕੀਤੀ ਜਾਵੇ ਤਾਂ ਕਈ ਜਗ੍ਹਾ ਦੇ ਉੱਤੇ ਕਈ ਲੋਕਾਂ ਨੂੰ ਅਸੀਂ ਸਵਾਲ ਕਰਦੇ ਸੀ ਕਿ ਤੁਹਾਡੇ ਕੋਲ ਇੰਨੇ ਪੈਸੇ ਇਕੱਠੇ ਹੋਏ ਨੇ, ਕਿੱਥੇ ਗਏ? ਉਹ ਕਹਿੰਦੇ ਸਨ ਕਿ ਅਸੀਂ 1000 ਇਕੱਠਾ ਕੀਤਾ, ਅਸੀਂ 5000 ਦੇ ਦਿੱਤਾ, ਅਸੀਂ ਪਰੇਸ਼ਾਨ ਹੁੰਦੇ ਕਿਸ ਤਰੀਕੇ ਨਾਲ। ਉਹ ਪਤਾ ਬਾਅਦ 'ਚ ਲੱਗਦਾ ਸੀ ਕਿ $1000 ਇਕੱਠਾ ਕੀਤਾ, ਉੱਥੋਂ ਤਾਂ 5000 ਰੁਪਇਆ ਦੇ ਦਿੱਤਾ, ਬਾਕੀ ਜਿਹੜਾ ਉਹ ਪ੍ਰੋਸੈਸ ਦੇ ਵਿੱਚ ਹੈ। ਮੈਂ ਇਸ ਕਰਕੇ ਅੱਜ ਇਸ ਸ਼ੋਅ ਨੂੰ ਲੈ ਕੇ ਆਇਆ ਕਿ ਇਹਨੂੰ ਸਮਝਣ ਦੀ ਲੋੜ ਹੈ, ਕਿਉਂਕਿ ਅਸੀਂ ਇਸ ਚੇਨ ਨੂੰ ਤੋੜੀਏ। ਅਸੀਂ ਇਹ ਜਜ਼ਬਾਤਾਂ ਦੇ ਵਿੱਚ ਜਿਹੜੇ ਨੇ ਲੋਕੀ ਤੁਹਾਨੂੰ ਜਜ਼ਬਾਤੀ ਕਰਕੇ ਜਿਹੜਾ ਮਤਲਬ ਕੱਢਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਰੋਕੀਏ ਕਿ ਨਹੀਂ, ਬਸ ਆਪਣੇ ਘਰ ਭਰਨੇ ਬੰਦ ਕਰੋ, ਕਮਿਊਨਿਟੀ ਦੇ ਬਾਰੇ ਸੋਚਣ ਦੀ ਕੋਸ਼ਿਸ਼ ਕਰੋ, ਦਰਦ ਪਹਿਚਾਨਣ ਦੀ ਕੋਸ਼ਿਸ਼ ਕਰੋ। ਕਿਉਂਕਿ ਅੱਜ ਇਹ ਨਹੀਂ ਹੈਗਾ ਕਿ ਅਸੀਂ ਕਿੰਨੇ ਕੁ ਘਰ ਤੁਸੀਂ ਜਿਹੜੇ ਨੇ ਉਹ ਵਸਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਗੱਲ ਕੀਤੀ ਹੈ। ਤੁਸੀਂ ਇਹ ਵੇਖੋ ਕਿ ਇਹ ਟੌਰਚਰ ਕਿੱਡਾ ਵੱਡਾ ਹੈ। ਇਹ ਆਪਣੇ ਆਪ 'ਚ ਕੀ ਇਹ ਲੋਕ ਜਿਹੜੇ ਨੇ ਪਲਾਇਨ ਕਰਕੇ ਆਏ ਨੇ, ਅੱਜ ਭਾਵੇਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਨੂੰ ਸ਼ਰਨ ਮਿਲੀ ਹੈ, ਕਿਉਂਕਿ ਹਰਿੰਦਰ ਹੁਣਾਂ ਨੂੰ ਜਿਹੜਾ ਇੱਥੇ ਜਿਹੜਾ ਰਿਫਿਊਜੀ ਸਟੇਟਸ ਜਿਹੜਾ ਉਹ ਇੱਥੋਂ ਦੀ ਸਰਕਾਰ ਨੇ ਦਿੱਤਾ, ਕਈ ਸੰਸਥਾ ਨੇ ਇਹਦੇ ਵਿੱਚ ਉਹਨਾਂ ਨੂੰ ਸਪੋਰਟ ਕੀਤੀ ਹੈ।
ਲੇਕਿਨ ਕੀ ਇਹ ਆਪਣਾ ਉਹ ਦਰਦ ਜਿਹੜਾ ਭੁਲਾ ਪਾਉਣਗੇ? ਜਿਸ ਤਰ੍ਹਾਂ ਸੈਨਾਪਤੀ ਹੋਣਾ ਨੇ ਅੱਜ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿ 40 ਸਾਲਾਂ ਤੋਂ ਵੀ ਉਹ ਯਾਦ ਚੇਤੇ ਹੈ ਕਿ ਕਿਸ ਤਰ੍ਹਾਂ ਦੀ ਉੱਥੇ ਰਿਸਪੈਕਟ ਸੀ, ਹਾਲਾਤ ਕਿਸ ਤਰ੍ਹਾਂ ਬੁਰੇ ਹੋਏ, ਕਿਸ ਤਰੀਕੇ ਨਾਲ ਸਕੂਲਾਂ 'ਚ ਟਾਰਚਰ ਸ਼ੁਰੂ ਹੋਇਆ, ਕਿਸ ਤਰ੍ਹਾਂ ਭੱਜ ਕੇ ਜਿਹੜੇ ਨੇ ਇੱਥੇ ਆ ਕੇ ਸ਼ੁਰੂ ਕੀਤਾ। ਪਰ ਇੱਥੇ ਆ ਕੇ ਉਹ ਖੇਡ ਜਿਹੜੀ ਹੈ ਬੱਚੇ ਪਾਲਣੇ ਨੇ, ਆਪਣੇ ਆਪ ਨੂੰ ਸੈਟਲ ਕਰਨਾ, ਉਹ ਜਿਹੜੇ 'ਚ ਫਸ ਕੇ ਰਹਿ ਗਏ। ਮੈਂ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਗੁਲਾਟੀ ਸਾਹਿਬ, ਇਹ ਜਿਹੜਾ ਅਲਟੀਮੇਟਲੀ ਇਹ ਜਿਹੜਾ ਸਿਨੈਰੀਓ ਹੈ ਪੂਰੇ ਤੇ ਪੂਰੀ ਅਗਰ ਗੱਲ ਕੀਤੀ ਜਾਵੇ, ਇਸ ਪੂਰੇ ਕਰਮ ਨੂੰ ਤੁਸੀਂ ਵੇਖ ਕੇ ਜੋ ਕੁਝ ਵਾਪਰ ਰਿਹਾ ਅਲਟੀਮੇਟਲੀ ਹੁਣ, ਕਿਉਂਕਿ 17 ਕੁ ਲੋਕ ਉੱਥੇ ਹੈਗੇ ਨੇ, 2 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਉੱਥੇ ਹੈਗੀਆਂ ਨੇ, ਕੁਝ ਹੋਰ ਇਤਿਹਾਸਕ ਦਸਤਾਵੇਜ਼ ਜਿਹੜੇ ਨੇ ਉਹ ਉੱਥੇ ਹੈਗੇ ਨੇ, ਪਰ ਸਾਡੀਆਂ ਇਤਿਹਾਸਕ ਗੁਰੂ ਘਰ ਨੇ, ਅਸੀਂ ਸਭ ਕੁਝ ਤਾਂ ਲੈ ਕੇ ਆ ਸਕਦੇ ਹਾਂ, ਲੇਕਿਨ ਉਹਨਾਂ ਨੂੰ ਜਿਹੜਾ ਗੁਰੂ ਘਰਾਂ ਨੂੰ ਉੱਥੋਂ ਨਹੀਂ ਲੈ ਕੇ ਆ ਸਕਦੇ। ਇਹ ਆਪਣੇ ਆਪ 'ਚ ਇੱਕ ਜਿਹੜੀ ਇਹ ਚੀਜ਼ ਹੈ, ਇਹਨੂੰ ਬੜਾ ਡਿਸਕਸ ਕਰਨ ਦੀ ਲੋੜ ਹੈਗੀ। ਮੈਨੂੰ ਇਸ਼ਾਰਾ ਹੋ ਰਿਹਾ ਕਿ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਇੱਥੇ ਲੈਣੀ ਹੈ। ਬ੍ਰੇਕ ਤੋਂ ਬਾਅਦ ਮੈਂ ਇਸ ਪੁਆਇੰਟ ਦੇ ਉੱਤੇ ਜ਼ਰੂਰ ਗੱਲਬਾਤ ਕਰਾਂਗਾ ਕਿ ਜਿਹੜੇ ਸਾਡੀਆਂ ਇਤਿਹਾਸਕ ਚੀਜ਼ਾਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਸਾਡੀ ਕੀ ਕਾਰਵਾਈ ਹੋ ਰਹੀ ਹੈ ਜਾਂ ਇੱਥੇ ਕੀ ਅਸੀਂ ਕਰ ਰਹੇ ਹਾਂ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈਗਾ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ। ਇਸ ਲਾਈਵ ਪ੍ਰੋਗਰਾਮ ਦੇ ਵਿੱਚ ਅਗਰ ਤੁਸੀਂ ਵੇਖ ਰਹੇ ਹੋ ਤਾਂ ਜ਼ਰੂਰ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਮੇਰੇ ਨਾਲ ਹਰਚੰਦ ਸਿੰਘ ਗੁਲਾਟੀ ਜੀ ਹੈਗੇ ਨੇ। ਗੁਲਾਟੀ ਜੀ, ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਜਿਹੜੀ ਕਮਿਊਨਿਟੀ ਅੱਜ ਤੋਂ 40-50 ਸਾਲ ਪਹਿਲਾਂ ਕਹਿੰਦੇ ਨੇ ਕਿ ਸਾਰਾ ਪੈਸਾ ਉਹਨਾਂ ਦੇ ਹੱਥੀਂ ਆ ਕੇ ਨਿਕਲਦਾ ਸੀ, 80% ਦੇ ਲਾਗੇ ਜਾ ਕੇ, ਕਿਉਂਕਿ ਕਾਰੋਬਾਰਾਂ ਦੇ ਵਿੱਚ ਮਾਹਿਰ ਸਨ, ਹਰ ਬੰਦਾ ਮਿਹਨਤੀ ਸੀ ਉੱਥੇ ਸਾਡੀ ਕਮਿਊਨਿਟੀ ਦਾ, ਔਰ ਚੰਗੇ ਪੈਸੇ ਕਮਾਉਣ ਵਾਲੇ ਸਨ। ਅੱਜ ਉਹਨਾਂ ਨੂੰ ਲੋਕਾਂ ਦੇ ਹੱਥਾਂ ਵੱਲ ਵੇਖਣਾ ਪਿਆ ਕਿ ਕੌਣ ਮੈਨੂੰ 1000 ਦੇ ਕੇ ਜਾ ਰਿਹਾ, ਕੌਣ ਮੈਨੂੰ 2000 ਦੇ ਕੇ ਆ ਰਿਹਾ। ਇਹ ਜਿਹੜੀ ਦੁਰਗਤੀ ਦੇ ਵਿੱਚ ਜਿਹੜੀ ਇਹ ਸਾਡੇ ਭਾਈਚਾਰੇ ਦੇ ਲੋਕ ਉੱਥੇ ਪਏ ਨੇ, ਅਫਗਾਨੀ ਸਿੱਖ ਤੇ ਹਿੰਦੂ, ਉਹਨਾਂ ਦੀ ਇਸ ਤਰਾਸਦੀ ਬਾਰੇ ਕੀ ਕਹੋਗੇ ਤੁਸੀਂ? ਅਸਲ ਜਿਹੜਾ ਤੁਸੀਂ ਪਹਿਲਾਂ ਵੀ ਕੁਐਸਚਨ ਕੀਤਾ ਅਤੇ ਦੂਸਰਾ ਕੁਐਸਚਨ ਕਿ ਜਿਹੜੇ ਲੋਕ ਉੱਥੇ ਵਾਕਿਆ ਅੱਜ ਤੋਂ 40-50 ਸਾਲ ਪਹਿਲੇ ਬੜੇ ਅਮੀਰ ਸਨ ਜੀ, ਦਿਲੋਂ ਅੱਜ ਵੀ ਉਹ ਅਮੀਰ ਨੇ। ਖਾਸ ਕਰਕੇ ਜਿਹੜੇ ਅਫਗਾਨੀ ਸਿੱਖ ਜਿਹੜੇ ਹਿੰਦੂ ਨੇ, ਉਹ ਕਦੀ ਵੀ ਕਿਸੇ ਕੋਲ ਵੀ ਹੱਥ ਅੱਡਿਆ ਨਹੀਂ ਹੈ, ਉਹਨਾਂ ਨੇ ਅੱਜ ਤੱਕ ਵੀ ਅੱਡਿਆ ਨਹੀਂ ਅਤੇ ਅੱਗੋਂ ਤੋਂ ਵੀ ਉਮੀਦ ਨਹੀਂ ਕਿ ਅੱਡਣਗੇ। ਕੁਛ ਸੰਸਥਾਵਾਂ ਨੇ ਜਿਨ੍ਹਾਂ ਨੇ ਕਿ ਇੱਕ ਤਰ੍ਹਾਂ ਡਰ ਪੈ ਦਿਖਾਇਆ ਕਿ ਬਈ ਇਹਨਾਂ ਨੂੰ ਪੈਸਾ ਲੋੜ ਹੈ, ਇਹਨਾਂ ਨੂੰ ਸਭ ਕੁਝ ਲੋੜ ਹੈ, ਮਦਦ ਦੀ ਲੋੜ ਹੈ, ਇਹ ਨਹੀਂ ਕਿ ਨਹੀਂ ਹੈ। ਅੱਜ ਵੀ ਭਾਰਤ ਦੇ ਵਿਚਕਾਰ ਕਹਿ ਦਈਏ, ਇੰਡੀਆ ਦੇ ਵਿਚਕਾਰ ਕਹੀਏ, ਸਾਡੇ ਤਕਰੀਬਨ ਕੁਛ ਫੈਮਲੀਆਂ ਨੇ ਜਿਹੜੀਆਂ 800-900 ਜਾਂ 1000 ਫੈਮਲੀਆਂ ਜਿਨ੍ਹਾਂ ਨੂੰ ਕਿ ਲੋੜ ਹੈ ਕੰਮ ਦੀ ਜਾਂ ਪੈਸੇ ਦੀ ਜਾਂ ਕੁਛ ਲੋੜ ਹੈ ਜਾਂ ਬਾਹਰ ਆਉਣ ਦੀ ਉਮੀਦ ਹੈ। ਅਤੇ ਜੇ ਅਸੀਂ ਪਿੱਛੇ ਦੇਖੀਏ ਤਕਰੀਬਨ 1980 ਤੋਂ ਲੈ ਕੇ ਹੁਣ ਤੱਕ ਸਾਡਾ ਉੱਥੇ, ਜਿਸ ਤਰ੍ਹਾਂ ਤੁਸੀਂ 3-4 ਲੱਖ ਕਰ ਰਹੇ ਹੋ, ਪਰ ਮੇਰੇ ਹਿਸਾਬ ਨਾਲ ਲੱਖ ਬੰਦਾ ਉੱਥੇ ਸੀਗਾ ਜਿਸ ਟਾਈਮ ਅਸੀਂ ਉੱਥੇ ਰਹਿੰਦੇ ਸੀ ਜੀ। ਅਤੇ ਉਹ ਲੱਖ ਬੰਦਾ ਜਦੋਂ ਅਫਗਾਨਿਸਤਾਨ ਤੋਂ ਨਿਕਲਿਆ ਅਤੇ ਕਦੀ ਉਹਨਾਂ ਨੂੰ ਕਿਸੇ ਨੇ ਮਦਦ ਨਹੀਂ ਕੀਤੀ, ਆਪ ਹੀ ਗਏ ਨੇ ਦੂਸਰੇ ਮੁਲਕਾਂ ਦੇ ਵਿਚਕਾਰ ਸੈਟਲ ਹੋਏ ਨੇ। ਅੱਜ ਲੰਡਨ ਦੇ ਵਿਚਕਾਰ ਕਾਫੀ ਲੋਕ ਸਾਡੇ ਅਫਗਾਨੀ ਸੈਟਲ ਨੇ, ਅਮਰੀਕਾ ਵਿੱਚ ਸੈਟਲ ਨੇ, ਕੈਨੇਡਾ ਜਾਂ ਹੋਰ ਕਈ, ਜਰਮਨੀ ਦੇ ਵਿਚਕਾਰ ਸੈਟਲ ਨੇ, ਸਾਡੇ ਕੰਧਾਰੀ ਭਰਾ, ਖੋਸੀ ਭਰਾ ਸਭ ਉੱਥੇ ਸੈਟਲ ਨੇ। ਉਹਨਾਂ ਨੂੰ ਬਾਹਰਲੀ ਕੋਈ ਮਦਦ ਨਹੀਂ ਹੋਈ ਹੈ, ਸਾਰੇ ਆਪੇ ਹੀ ਉਹਨਾਂ ਨੇ ਕੀਤਾ ਹੋਇਆ। ਮਤਲਬ ਕਿ ਤੁਹਾਡੇ ਕਹਿਣ ਤੋਂ ਭਾਵ ਹੈ ਕਿ ਜਦੋਂ ਹਾਥੀ ਨਿਕਲਿਆ ਉਦੋਂ ਕਿਸੇ ਨੂੰ ਰੋਲਾ ਨਹੀਂ ਪਿਆ, ਜਦੋਂ ਪੂਛ ਦਾ ਵਾਲ ਅੜਿਆ ਤਾਂ ਉਦੋਂ ਸਾਰਿਆਂ ਨੇ ਹਾਹਾਕਾਰ ਮਚਾਤੀ। ਬਸ ਹੁਣ ਜਦੋਂ 25 ਮਾਰਚ ਤੋਂ ਬਾਅਦ 2020 ਜਦੋਂ ਕਿ ਉੱਥੇ ਆਤੰਕਵਾਦੀ ਹਮਲਾ ਹੋਇਆ ਜਿੱਥੇ 500-700 ਫੈਮਿਲੀ ਰਹਿੰਦੀ ਸੀ, ਅਤੇ ਉਸ ਤੋਂ ਬਾਅਦ ਫਿਰ ਲੋਕਾਂ ਨੇ ਦਰਦ ਮਹਿਸੂਸ ਕੀਤਾ, ਜਾਂ ਜਿਨ੍ਹਾਂ ਨੂੰ ਵੀ ਆਪਣਾ ਵੀ ਦਰਦ ਸੀ ਕਿ ਅਸੀਂ ਹੁਣ ਕਿਸ ਤਰ੍ਹਾਂ ਪੈਸਾ ਇਕੱਠਾ ਕਰੀਏ, ਅਤੇ ਉਹਨਾਂ ਨੇ ਅਫਗਾਨੀ ਸਿੱਖਾਂ ਦੇ ਨਾਂ 'ਤੇ, ਅਫਗਾਨੀ ਹਿੰਦੂਆਂ ਦੇ ਨਾਂ 'ਤੇ ਮਤਲਬ ਕੋਸ਼ਿਸ਼ ਇਹੀ ਕੀਤੀ ਕਿ ਅਸੀਂ ਇੱਧਰੋਂ ਉੱਧਰੋਂ ਕਰਕੇ ਅਤੇ ਇਹਨਾਂ ਦੇ ਨਾਂ 'ਤੇ ਭਾਵੇਂ ਕੁਛ ਨਾ ਕੁਛ ਕੀਤਾ ਹੋਣਾ ਹੈ ਜੀ। ਅਗਰ ਇੱਕ 5% ਕੀਤਾ, 10% ਕੀਤਾ, ਬਾਕੀ 90% ਉਹਨਾਂ ਨੇ ਆਪਣਾ ਕੁਛ ਬਣਾ ਲਿਆ ਹੋਣਾ ਹੈ। ਅਤੇ ਉਹ ਅਸੀਂ ਨਹੀਂ ਚਾਹੁੰਦੇ ਹਾਂ ਕਿ ਇਹ ਬਦਨਾਮਗੀ ਜਿਹੜੀ ਹੈ ਇਹ ਅਫਗਾਨੀ ਹਿੰਦੂ ਸਿੱਖਾਂ ਨੂੰ ਹੋ ਸਕੇ। ਜਿਹੜੀ ਪਹਿਲਾ ਜਿਹੜਾ ਤੁਸੀਂ ਕੁਐਸਚਨ ਕੀਤਾ ਕਿ ਉੱਥੋਂ ਦੀ ਹਿਸਟੋਰੀਕਲ ਅੱਜ ਦੇਖੀਏ ਕਿ ਅਫਗਾਨਿਸਤਾਨ ਵਿੱਚ ਤਕਰੀਬਨ 5000 ਸਾਲ ਪੁਰਾਣੇ ਸਾਡੇ ਮੰਦਰ ਨੇ, ਗੁਰਦੁਆਰੇ ਨੇ। ਜਿਹੜੇ ਮੈਂ ਕੰਧਾਰ ਦੀ ਗੱਲ ਕਰਾਂ ਕਿ ਉੱਥੇ ਅਗਰ ਗੁਰਦੁਆਰਾ ਅਤੇ ਮੰਦਰ ਇੱਕੋ ਜਗ੍ਹਾ, ਗੁਰਦੁਆਰਾ ਵੀ ਹੁੰਦਾ ਸੀ ਅਤੇ ਮੰਦਰ ਹੁੰਦਾ ਸੀ, ਆਪਸ ਵਿੱਚ ਬੜੇ ਪਿਆਰ ਨਾਲ ਰਹਿੰਦੇ ਹੁੰਦੇ ਸਨ। ਅਤੇ ਇਹ ਹੁਣ ਜਦੋਂ ਸਾਰੇ ਉੱਥੇ ਨਿਕਲ ਗਏ ਨੇ, ਤੁਸੀਂ 17 ਕਹਿੰਦੇ ਹੋ, ਪਰ ਹੈਗੇ ਅਜੇ ਵੀ 30-40 ਬੰਦਾ ਜਿਹੜਾ ਟੋਟਲ ਅਫਗਾਨਿਸਤਾਨ ਵਿੱਚ ਕੁਛ ਨਾ ਕੁਛ ਰਹਿੰਦੇ ਨੇ। ਅਤੇ ਸਾਨੂੰ ਦਰਦ ਇਸ ਚੀਜ਼ ਦਾ ਵੇ ਕਿ ਜਿਹੜੇ ਲੋਕ ਉੱਥੋਂ ਨਿਕਲ ਆਏ ਨੇ, ਇਹ ਜਿਹੜੀਆਂ ਸਾਡੀਆਂ ਇਤਿਹਾਸਕ ਜਗ੍ਹਾਵਾਂ ਨੇ, ਇਤਿਹਾਸਕ ਮੰਦਰ ਨੇ, ਇਤਿਹਾਸਕ ਗੁਰਦੁਆਰੇ ਨੇ, ਅਤੇ ਇਹਨਾਂ ਦਾ ਕੀ ਹੋਏਗਾ, ਇਹਦੇ ਉੱਤੇ ਥੋੜ੍ਹਾ ਵਿਚਾਰ ਰਲ ਮਿਲ ਕੇ ਸਾਰੇ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਕਰਨਾ ਪਏਗਾ
ਕਿ ਉਹਨੂੰ ਕਿਸ ਤਰ੍ਹਾਂ ਅਸੀਂ ਸਾਂਭ ਸਕੀਏ। ਬਿਲਕੁਲ ਮੈਂ ਭਾਰਤ ਸਰਕਾਰ ਦਾ ਧੰਨਵਾਦ ਹਾਂ ਜਿਨ੍ਹਾਂ ਨੇ ਕਿ ਮਤਲਬ ਉੱਥੋਂ ਹੈਲਪ ਕੀਤੀ ਹੈ ਲੋਕਾਂ ਨੂੰ ਕੱਢਣ ਵਾਸਤੇ। ਅੱਧੀ ਰਾਤ ਵੀ ਅਗਰ ਵੀਜ਼ੇ ਦੀ ਲੋੜ ਪਈ ਹੈ ਉਹਨਾਂ ਨੇ ਨਾ ਨਹੀਂ ਕੀਤੀ, ਭਾਰਤ ਵਿੱਚ ਉਹਨਾਂ ਨੇ ਜਗ੍ਹਾ ਦਿੱਤੀ ਹੋਈ ਹੈ। ਅਤੇ ਉਹਨਾਂ ਦੀ ਇਹ ਵੀ ਇੱਛਾ ਹੈ ਕਿ ਜਿਹੜੇ ਉੱਥੇ ਮੰਦਰ ਨੇ ਉਹ ਵੀ ਕਿਸ ਤਰ੍ਹਾਂ ਸਾਂਭੇ ਜਾਣ। ਸ਼੍ਰੋਮਣੀ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨੇ ਵੀ ਇਹ ਕਿਹਾ ਕਿ ਜਿਹੜੇ ਵੀ ਗੁਰਦੁਆਰੇ ਨੇ ਉੱਥੇ ਮੰਦਰ ਨੇ ਉਹਦੀ ਸੇਵਾ ਸੰਭਾਲ ਕੀਤੀ ਜਾਵੇ। ਪਰ ਇਹਦਾ ਅਜੇ ਤੱਕ ਸਾਨੂੰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ। ਪਰ ਕਥਨੀ ਨਾ ਕੋਈ ਨਹੀਂ ਹੁੰਦਾ ਨਾ, ਗੱਲ ਤੁਸੀਂ ਕਰਦੇ ਹੋ ਕਿ ਕੀਤੀ ਜਾਵੇ ਤਾਂ ਕਰੇਗਾ ਕੌਣ? ਉਹਦੇ ਵਾਸਤੇ ਕੀ ਤੁਸੀਂ ਆਪਣਾ ਕੋਈ ਜਥਾ ਅਜੇ ਤੱਕ ਭੇਜਿਆ ਕਿ ਉੱਥੋਂ ਦੇ ਮੌਕੇ ਦੀ ਜਿਹੜੀ ਹੈ ਵੇਖਿਆ ਜਾਵੇ, ਮੌਕੇ 'ਤੇ ਜਾ ਕੇ ਚੈੱਕ ਕੀਤਾ ਜਾਵੇ ਕਿ ਕਿਸ ਤਰੀਕੇ ਨਾਲ ਦੀ ਦੇਖਭਾਲ ਹੋ ਸਕਦੀ ਹੈ? ਕਿ ਤੁਸੀਂ ਕੋਈ ਇੰਟਰਨੈਸ਼ਨਲ ਸੰਸਥਾ ਜਿਹੜੀ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਜਾਏ ਕਿ ਉਹ ਕੇਅਰ ਟੇਕਰ ਦੇ ਤੌਰ 'ਤੇ ਜਿਹੜਾ ਉਹ ਚੈੱਕ ਕਰਨ ਦੀ ਕੋਸ਼ਿਸ਼ ਕਰਨ? ਬੜੇ ਵੱਡੇ ਸਵਾਲ ਨੇ। ਹਰਿੰਦਰ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ ਹੈ ਕਿਉਂਕਿ ਤੁਸੀਂ ਸਭ ਤੋਂ ਲਾਸਟ ਜਿਹੜਾ ਉਹ ਜਿਹੜਾ ਅਫਗਾਨਿਸਤਾਨ ਨੂੰ ਛੱਡਦੇ ਹੋ, ਉਸ ਧਰਤੀ ਨੂੰ ਛੱਡਦੇ ਹੋ, ਲੇਕਿਨ ਛੱਡਣ ਤੋਂ ਪਹਿਲਾਂ ਤੁਹਾਡੇ ਕੋਲ ਉੱਥੇ ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਨੂੰ ਤੁਸੀਂ ਸਾਰੀ ਉਮਰ ਨਹੀਂ ਭੁਲਾ ਸਕਦੇ। ਪਰ ਮੈਂ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਮਾਰਚ 25 2020 ਦਾ ਉਹ ਦਿਨ ਜਦੋਂ ਉਹ ਕਹਿੰਦੇ ਨੇ ਕਿ ਤੁਹਾਡੇ ਵਾਸਤੇ ਸਾਰੀ ਦੁਨੀਆ ਜਿਹੜੀ ਹੈ ਉਹ ਹਿਲ ਜਾਂਦੀ ਹੈ, ਤੁਹਾਡਾ ਕਹਿ ਸਕਦੇ ਕਿ ਸਭ ਕੁਝ ਜਿਹੜਾ ਇੱਕ ਵਾਰੀ ਡਰਾਵਣੇ ਹਾਲਾਤਾਂ ਦੇ ਵਿੱਚ ਜਿਹੜਾ ਉਹ ਚਲਾ ਜਾਂਦਾ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਤੇ ਉਸ ਤੋਂ ਬਾਅਦ ਆਪਾਂ ਹੋਰ ਗੱਲਬਾਤ ਕਰਦੇ ਹਾਂ। ਪਹਿਲੇ ਤਾਂ ਮੈਂ ਤੁਹਾਡੇ ਟੀਵੀ ਵੱਲੋਂ ਸਾਰੀ ਜਿਹੜੀ ਸੰਗਤ ਵੇਖ ਰਹੀ ਹੈ ਸਾਨੂੰ, ਜੀ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹਿ ਦਿਲੋਂ ਬੁਲਾਉਂਦੇ ਹਾਂ। ਫਿਰ ਧੰਨਵਾਦ ਤੁਹਾਡਾ। ਤੇ ਉਹ ਜਿਹੜਾ ਮੌਕਾ ਸੀ ਸਾਡੇ ਕੋਲ ਅਫਗਾਨਿਸਤਾਨ ਵਿੱਚ ਰਹਿਣ ਦਾ, ਅਸੀਂ ਉੱਥੇ ਪੈਦਾ ਹੋਏ, ਸਾਡੀ ਪੈਦਾਇਸ਼ ਉੱਥੇ ਹੋਈ। ਪੋਲ ਪਾਸਿਆ ਸਾਰੇ ਮਾਤਾ ਨੇ, ਜਿਵੇਂ ਅਸੀਂ ਮਾਤਾ ਕਹਿੰਦੇ ਹਾਂ ਦੇਸ਼ ਨੂੰ, ਜਿਹੜੀ ਦੇਸ਼ ਵਿੱਚ ਅਸੀਂ ਪੈਦਾ ਹੁੰਦੇ ਉਹਨੂੰ ਮਾਂ ਕਹਿੰਦੇ ਹਾਂ। ਜੀ ਜਿਵੇਂ ਮਾਂ ਨੇ ਸਾਨੂੰ ਉੱਥੇ ਵੱਡਾ ਕੀਤਾ, ਬੈਠੇ ਸੀ ਸਾਰਾ ਆਪਣਾ ਜਿਹੜਾ ਗੁਜ਼ਰਦਾ ਟਾਈਮ ਸੀ ਸਾਡਾ ਉੱਥੇ ਅਸੀਂ ਬੀਤਿਆ। ਅਤੇ ਉਸ ਦਿਨ ਜਿਸ ਟਾਈਮ ਵੀ ਸਾਡੇ 'ਤੇ ਹਮਲਾ ਹੁੰਦਾ ਸੀ, ਅਟੈਕ 25 ਮਾਰਚ 2020 ਨੂੰ, ਅਤੇ ਅਸੀਂ ਗੁਰਦੁਆਰੇ ਵਿਖੇ ਬੈਠੇ ਸਾਂ, ਉਹ ਸਾਨੂੰ ਕਦੇ ਨਹੀਂ ਭੁੱਲਿਆ। ਉਹ ਤਦੇ ਇਹ ਤੱਕ ਨਹੀਂ ਭੁੱਲੇਗਾ ਸਾਨੂੰ ਕਿ ਸਾਡੇ ਉੱਤੇ ਜਿਵੇਂ ਸਾਡੇ ਸੰਸਕਾਰ ਵੀ ਹੁੰਦਾ, ਉਸ ਤੱਕ ਵੀ ਮੈਨੂੰ ਨਹੀਂ ਭੁੱਲੇਗਾ। ਕਿਉਂਕਿ ਜਿਵੇਂ ਅਸੀਂ ਜ਼ਖਮ ਦੇਖੀ, ਉਹ ਜ਼ਖਮ ਸਾਡੀ ਛਾਤੀ 'ਤੇ ਹਨ। ਅਤੇ ਮੇਰੇ ਅੱਖਾਂ ਦੇ ਵਿੱਚ ਤਕਰੀਬਨ ਮੈਨੇ 1.5 ਸਾਲ, ਪੂਰਾ 1.5 ਸਾਲ ਮੈਂ ਸੁੱਤਾ ਨਹੀਂ ਸਿੱਧਾ, ਕਿਉਂ ਛੋਟੀ ਜੀ ਬੇਟੀ ਮੇਰੀ ਸੀ। ਦੂਜਾ ਬੇਟੀ ਤੋਂ ਚਲੋ ਉਹ ਤੋਂ ਬਸ ਵਾਪਰਿਆ, ਅਕਾਲ ਪੁਰਖ ਤੋਂ ਹੋ ਗਿਆ, ਉਹ ਤੋਂ ਸਾਰਾ ਹੋਇਆ ਸੀ। ਮਗਰ ਮੈਨੂੰ ਅਫਸੋਸ ਇਹਦਾ ਹੁੰਦਾ ਕਿ ਸਾਡੇ ਸਿੱਖਾਂ ਵੀਰਾਂ ਨੇ, ਹਿੰਦੂ ਵੀਰਾਂ ਨੇ ਕਦੀ ਅਫਗਾਨਿਸਤਾਨ ਵਿੱਚ ਇਸ ਤਰ੍ਹਾਂ ਦਾ ਕਿਸੇ ਦੇਸ਼ ਨਾਲ ਵੀ ਉਹਨਾਂ ਨੇ ਕੁਝ ਧੋਖਾ ਨਹੀਂ ਕੀਤਾ। ਕਿਸੇ ਨੇ ਤੁਹਾਡੇ ਆਪਣੀ ਬੰਦੂਕ ਨਹੀਂ ਉਠਾਈ ਕਿਸੇ ਵਾਸਤੇ, ਜਾਂ ਜਾ ਕੇ ਚਾਕੂ ਨਹੀਂ ਉਠਾਇਆ ਕਿਸੇ ਵਾਸਤੇ। ਮਗਰ ਅਫਸੋਸ ਇਹਦਾ ਕਿ ਇਹਨੂੰ ਕਿਉਂ ਮਾਰਿਆ, ਕਿਸ ਤਰੀਕੇ ਸਿਰ ਉਹਨਾਂ ਨੂੰ ਮਾਰਤਾ। ਗੁਰਦੁਆਰੇ ਵਿੱਚ ਆ ਕੇ, ਗੁਰੂ ਘਰ ਵਿੱਚ ਜਿਹੜੇ ਕਰੋਨਾ ਦਾ ਟਾਈਮ ਸੀ, ਅਸੀਂ ਉੱਥੇ ਉਹਦੀ ਖਾਤਰ ਅਸੀਂ ਪਾਠ ਕਰਦੇ ਸਾਂ, ਪਾਠ ਰੱਖਿਆ ਸੀ। ਅਤੇ ਕਿ ਬਾਅਦ ਇਹ ਜਿਹੜੀ ਬਿਮਾਰੀ ਫੈਲ ਰਹੀ ਹੈ ਦੇਸ਼ ਵਿਦੇਸ਼ ਵਿੱਚ, ਜਿਹੜੀ ਜਗ੍ਹਾ ਵਿੱਚ ਹੈ, ਸਾਰੀ ਧਰਤੀ 'ਤੇ ਜਿਹੜੀ ਹੈ, ਇਹ ਬਾਅਦ ਹਟੇ। ਅਤੇ ਉਹਦੇ ਵਿੱਚ ਆ ਕੇ ਹੀ ਤਕਰੀਬਨ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਸੀ, 7ਵੀਂ, ਉੱਥੇ ਸਾਰਿਆਂ ਨੂੰ ਪ੍ਰਸ਼ਾਦ ਲੈ ਕੇ ਦਾਸ ਜਿਹੜਾ ਸਟੇਜ ਸਕੱਤਰ ਹੁੰਦਾ ਸੀ, ਅਤੇ ਮੇਰੇ ਫਾਦਰ ਐਡ ਗ੍ਰੰਥੀ ਸਨ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਜੀ ਦੇ, ਅਤੇ ਨਾਲ ਸਾਡੇ ਜਿਹੜੀ ਉਹ ਜਿਹੜੇ ਸ਼ਹੀਦ ਹੋ ਗਏ, ਉਹਨਾਂ ਸਾਰੇ ਉੱਥੋਂ ਦੇ ਸੇਵਾਦਾਰ ਸਨ ਉਸੇ ਗੁਰੂ ਘਰ ਦੇ। ਅਤੇ ਨਾਲ ਹੀ ਨਾਲ ਹੋਰ ਗੁਰੂ ਘਰਾਂ ਵਿੱਚ ਜਿਹੜੇ ਘਰ 'ਤੇ ਪ੍ਰਬੰਧਾ ਗੁਰੂ ਘਰ ਸੀ, ਸ਼ੋਰ ਬਾਜ਼ਾਰ ਜਿਹੜਾ ਉਸੀ ਜਗ੍ਹਾ ਵਿੱਚ ਅਟੈਕ ਹੋਇਆ, ਉਹ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਜੀ ਇਤਿਹਾਸਕ ਪਾਵਨ ਸਥਾਨ ਹੈਗਾ। ਉੱਥੇ ਹੀ ਆ ਕੇ 4 ਬੰਦੇ ਆ ਕੇ ਅੰਦਰ ਵੜ ਕੇ ਬਸ ਸਾਰੀ ਸੰਗਤ 'ਤੇ ਫਾਇਰਿੰਗ ਕਰਨਾ ਸ਼ੁਰੂ ਕਰ ਦਿੱਤਾ। ਅਤੇ ਖਾਸਤਨ ਮੈਨੂੰ ਉਸ ਟਾਈਮ ਦੇ ਨਹੀਂ ਭੁੱਲਦਾ ਕਿ ਜਿਵੇਂ ਅਸੀਂ ਸਟੇਜ 'ਤੇ ਖੜ੍ਹੇ ਸਾਂ, ਸਿੱਖ ਰਹਿਤ ਮਰਿਆਦਾ ਦੀ ਜਿਹੜੀ ਆਖਰੀ ਲਾਈਨ ਸੀ, ਉੱਥੇ ਪੜ੍ਹਦੇ ਬਸ ਇੱਕ ਬੰਦਾ ਆ ਗਿਆ, ਸਾਡਾ ਸੇਵਾਦਾਰ ਸੀ। ਉਹ ਵੀ ਮੇਰੇ ਡੈਡੀ ਜੀ ਨੂੰ ਕਹਿੰਦਾ ਸੀ, ਪਾਪਾ ਜੀ ਕੋਈ ਆਇਆ ਅੰਦਰ ਤੇ ਬਸ ਗੋਲੀਆਂ ਚਲਾ ਰਿਹਾ। ਉसी टाइम में संगत ਨੂੰ ਵੇਖ ਕੇ ਸਾਰੀ ਸੰਗਤ ਨੂੰ ਮੈਂ ਕਰਾਈ ਗਿਆ, ਸਾਧ ਸੰਗਤ ਜੀ ਕੋਈ ਹਿੱਲਣਾ ਨਹੀਂ, ਬਸ ਗੁਰੂ ਮਹਾਰਾਜ ਦਾ ਨਾਮ ਲੈ ਕੇ ਬੈਠੋ, ਜੀ ਵਾਪਰਿਆ ਦੇਖ ਸੀ। ਸਾਡੇ ਡੈਡੀ ਜੀ ਆ ਕੇ ਸਾਨੂੰ ਸੀਨੇ ਨਾਲ ਲਗਾਇਆ, ਕਹਿੰਦੇ ਬੇਟਾ ਹਲਮ ਮਤ ਮਚਾਓ, ਬਸ ਜੋ ਹੋਇਆ ਗੁਰੂ ਨੇ ਦੇਖ ਸਿਆ, ਅਤੇ ਆਪਣੇ ਬੱਚਿਆਂ ਨੂੰ ਸੰਭਾਲੋ। ਮੇਰੀ ਬੇਟੀ ਛੋਟੀ ਜਿਹੀ ਸੀ, 4 ਸਾਲਾਂ ਦੀ, ਤਕਰੀਬਨ 10 ਦਿਨ ਰਹਿ ਗਏ ਨੇ ਸੀ ਉਹਨਾਂ ਦੇ ਬਰਥਡੇ ਨੂੰ। ਜਿਸ ਟਾਈਮ ਮੈਂ ਬਾਹਰ ਨਿਕਲਿਆ, ਮੇਰਾ ਭਣਿਆ ਮੇਰੇ ਨਾਲ ਸੀ, ਅਤੇ ਮੇਰੇ ਹੋਰ ਜਿਹੜੇ ਦੋਸਤ ਸਨ ਮੇਰੇ ਨਾਲ, ਸਾਡੇ ਕੀਰਤਨੀ ਜੱਥਾ ਸੀ, ਕੀਰਤਨ ਕਰਦੇ ਸੀ ਨਾਲ ਸਾਡੇ।
ਇਹਨਾਂ ਆ ਕੇ ਮੈਨੂੰ ਕਹਿੰਦੇ ਵੀਰ ਜੀ ਹੁਣ ਕੀ ਹੋਏਗਾ। ਬਸ ਇਸੀ ਟਾਈਮ ਵਿੱਚ ਸਾਡੇ ਐਡ ਗ੍ਰੰਥੀ ਜਿਹੜੇ ਸਨ ਇਹਨਾਂ ਤਾਵੇ ਤੋਂ ਉੱਠ ਕੇ ਸ਼ਮਸ਼ੇਰ ਲੈ ਕੇ ਇਹ ਖੜੇ ਹੋ ਗਏ ਨਾਲ ਸਾਡੇ ਕੋਲ ਸ਼ਮਸ਼ੇਰ 2-3 ਸੀ ਤੇ ਲੈ ਕੇ ਔਰ ਸ਼ਮਸ਼ੇਰ ਵਾਸਤੇ ਸਾਡਾ ਹੋਈ ਫਿਕਰ ਵੀ ਨਹੀਂ ਸੀ ਕਿ ਕਿਸ ਤਰ੍ਹਾਂ ਦੇ ਸੀ ਲਾਏ, ਕਿਉਂਕਿ ਸਾਰੇ ਜਿਤਨੀ ਸੰਗਤ ਸੀ ਸਾਰੀ ਡਰ ਗਈ ਸੀ ਕਿਉਂ 4 ਬੰਦੇ ਆ ਕੇ ਫਾਇਰਿੰਗ ਕਰ ਸ਼ੁਰੂ ਹੋ ਗਈ ਤੇ ਇਸ ਵਿੱਚ ਜ਼ਨਾਨੀਆਂ ਜ਼ਿਆਦਾ ਸਨ। ਇਹਨਾਂ ਹਲਾ ਉਲ ਮਚਾ ਕੇ ਹੀ ਬਸ ਇੱਕ ਚੌਪਈਸੇ ਦਾ ਪਾਠ ਸ਼ੁਰੂ ਕਰ ਦਿੱਤਾ ਸਾਰਿਆਂ ਨੇ। ਚੌਪਈਸੇ ਦੇ ਪਾਠ ਦੇ ਨਾਲ ਜੇ ਹਲੇ ਵੇਖਿਆ 2-3 ਬੰਦਿਆਂ ਨੂੰ ਸਾਡੇ ਮਾਰ ਦਿੱਤਾ ਉਹਨਾਂ ਨੇ, ਸੇਵਾਦਾਰਾਂ ਨੂੰ ਸਾਰੇ ਜਿਹੜੀ ਪ੍ਰਸ਼ਾਦੀ ਸੇਵਾ ਕਰਦੇ ਸਨ। ਛੋਟਾ ਬੱਚਾ 13 ਸਾਲ ਦਾ ਉਹ ਚਾਹ ਦੀ ਸੇਵਾ ਕਰਦਾ ਸੀ ਉਹਨੂੰ ਮਾਰਤਾ, ਜਿਹੜਾ ਗੈਡਮੈਨ ਸੀ ਮੁਸਲਮਾਨ ਵੀਰ ਉਹਨਾਂ ਨੂੰ ਮੇਰੇ ਮਾਰਤਾ ਸੀ। ਉਸ ਤੋਂ ਬਾਅਦ ਮੇਰੇ ਜਿਵੇਂ ਕਹਾਂ ਸਾਲੇ ਨੂੰ ਉਹਨਾਂ ਨੂੰ ਦੋਵਾਂ ਨੂੰ ਮਾਰਤਾ, ਦੋਵਾਂ ਭਰਾਵਾਂ ਨੂੰ। ਫਿਰ ਇਹ ਬੰਦਾ ਅੰਦਰ ਆ ਕੇ ਇਹਦੇ ਅੰਦਰ ਆਣੇ ਤੇ ਅਸੀਂ ਖੜਦੇ ਸਾਂ ਕਟਾਰੇ ਕੋਲ, ਉੱਥੇ ਵੇਖਦੀ ਸੀ ਦੂਜੀ ਮੰਜ਼ਿਲ ਸੀ, ਉੱਥੇ ਵੇਖਦਾ ਸੀ ਮੇਰੇ ਡੈਡੀ ਜੀ ਨੇ ਕਿਹਾ ਓਏ ਇਹ ਜ਼ਾਲਮ ਕਿਸ ਤਰ੍ਹਾਂ ਦੇ ਬੂਟਾਂ ਦੇ ਨਾਲ ਗੁਰੂ ਘਰ ਵਿੱਚ ਆ ਗਿਆ। ਇਹ 'ਤੇ ਜਾ ਕੇ ਦੌੜ ਕੇ ਇਹਨਾਂ ਤਾਈ ਸ਼ਮਸ਼ੇਰ ਵਾਰ ਕਰਦੇ ਸਨ ਇਹਨਾਂ 'ਤੇ। ਦੂਜਾ ਬੰਦਾ ਖੜਾ ਹੋ ਕੇ ਹੈਲੋ ਮਹਿਰਾ ਜੀ, ਮੈਂ ਹੋਲਡ ਕਰ ਰਿਹਾ ਜੀ ਇਸ ਲਾਈਨ ਨੂੰ। ਆਪਾਂ ਵੀਰ ਜੀ ਦੀ ਗੱਲ ਕੰਪਲੀਟ ਹੋਣ ਤੋਂ ਬਾਅਦ ਜਿਹੜੀ ਉਹ ਗੱਲ ਤੁਹਾਡੀ ਕਾਲ ਲੈਂਦੇ ਆ। ਮੈਂ ਹੋਲਡ ਕੀਤਾ ਜੀ ਜੀ। ਅਤੇ ਨਾਲ ਹੀ ਨਾਲ ਜਦੋਂ ਉਹਨਾਂ 'ਤੇ ਹੀ ਸ਼ਮਸ਼ੇਰ ਦਾ ਹਮਲਾ ਕਰਦੇ ਸਨ ਉਹਨਾਂ ਨੇ ਇੱਕ ਬੰਦੇ ਨੇ ਲੈ ਕੇ ਫਾਇਰਿੰਗ ਕਰਕੇ ਉਹਦੇ ਪੈਰ 'ਤੇ ਲਗਾ ਕੇ ਉਹ ਗਿਰ ਗਿਆ ਮੇਰੇ ਡੈਡੀ ਜੀ। ਫਿਰ ਦੂਜੇ ਉਹ ਜਿਹੜਾ ਅੱਗੇ ਆਇਆ ਸੀ ਉਹਨੇ ਫਾਇਰਿੰਗ ਕਰਕੇ ਉਹਨਾਂ ਦੇ ਮੂੰਹ 'ਤੇ ਲੈ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇਹਦੇ ਵਿੱਚ ਸਾਰਿਆਂ ਨੇ ਸਤਿ ਸ੍ਰੀ ਅਕਾਲ ਬੁਲਾਦੇ, ਜੈਕਾਰੇ ਬੁਲਾਏ ਅਤੇ ਇਹ ਜਿਹੜੀ ਸੰਗਤ ਹੀ ਇੱਧਰ ਉੱਧਰ ਜਾ ਰਹੀ ਸੀ ਸਾਰਿਆਂ ਦੇ 'ਤੇ ਫਾਇਰਿੰਗ ਕਰਕੇ ਸਾਰਿਆਂ ਨੂੰ ਗਿਰਾ ਦਿੱਤਾ। ਰਹਿ ਗਈ ਕਰੀਬਨ 10-15 ਬੰਦੇ ਰਹਿ ਗਏ ਨੇ ਸੀ, 10-15 ਬੰਦੇ ਰਹਿ ਗਏ ਸੀ ਉੱਤੇ। ਇਹ ਆ ਕੇ ਇਹਦੇ ਨਾਲ ਮੇਰੀ ਵਾਈਫ ਵੀ ਨਾਲ ਮੇਰੀ ਸੀ, ਮੇਰੀ ਬੇਟੀ ਵੀ ਨਾਲ ਸੀ ਅਤੇ ਹੋਰ ਸੰਗਤ ਵੀ ਨਾਲ ਸੀ। ਇਹਨਾਂ ਮੈਨੂੰ ਡੈਡੀ ਜੀ ਨੇ ਇਤਨਾ ਕਿ ਉਹਨਾਂ ਨੇ ਕਿਹਾ ਮੇਰੀ ਵਾਈਫ ਨੇ ਇਹ ਬੇਟੀ ਨੂੰ ਲੈ, ਇਹ ਬੜਾ ਰੋਂਦੀ ਹੈ। ਉਹ ਵੀ ਕਹਿੰਦੀ ਸੀ ਡੈਡੀ ਮੈਨੂੰ ਚਾਹ। ਜਦ ਹੀ ਮੈਂ ਹੱਥ ਅੱਗੇ ਕੀਤੇ ਇਹ ਜ਼ਾਲਮ ਆ ਕੇ ਬਸ ਉਹਨੇ ਫਾਇਰਿੰਗ ਕਰਕੇ ਮੇਰੀ ਬੇਟੀ ਦੇ ਸਿਰ 'ਤੇ ਲੱਗੀ ਅਤੇ ਜਗ੍ਹਾ ਸ਼ਹੀਦ ਹੋ ਗਈ ਮੇਰੀ ਵਾਈਫ ਦੇ ਸੀਨੇ 'ਤੇ। ਇਹਨਾਂ ਗਿਰ ਗਏ ਅਤੇ ਮੇਰੇ ਕੋਲ ਰੱਸਾ ਗੁੰਮ ਗਿਆ। ਦੇਖਿਆ ਸਾਰੀ ਸੰਗਤ ਟੈ ਪਈ ਅਤੇ ਮੈਂ ਰਹਿ ਗਿਆ ਬਾਕੀ। ਇਹਦੇ ਵਿੱਚ ਮੇਰਾ ਇੱਕ ਉਹਨੂੰ ਦੋਸਤ ਕਵਾਂ ਜਾਂ ਕੀ ਕਵਾਂ, ਇਹ ਮੈਨੂੰ ਖਿੱਚ ਕੇ ਲੈ ਜਾਂਦਾ ਮਾਮਾ ਜੀ ਇੱਧਰ ਆਓ। ਬਸ ਮਾਮੀ ਵੀ ਚਲੀ ਗਈ, ਬੇਟੀ ਵੀ ਚਲੀ ਗਈ, ਔਰ ਤੂੰ ਰਹਿ ਗਿਆ ਬਾਕੀ। ਸਾਡੀ ਕਦਵਾਰੇ ਆ ਵੀ ਗਈ। ਮੈਂ ਇੱਧਰ ਆ ਕੇ ਜਿੱਥੇ ਸਾਡਾ ਬਾਬਾ ਜੀ ਦਾ ਸਰੂਪ ਸੀ, 2 ਸਰੂਪ ਸਨ ਸਾਡੇ ਕੋਲ ਪੌਣ ਸਰੂਪ, ਇੱਕ ਪ੍ਰਕਾਸ਼ ਸੀ ਅਤੇ ਇੱਕ ਇਸ ਤਰ੍ਹਾਂ ਅਸਥਾਪਨ ਗੁਰੂ ਜਗਤ ਹੈ। ਉੱਥੇ ਵੇਖ ਕੇ ਜਦ ਸਟੇਡੇ ਕੋਲ ਆਇਆ ਮੈਂ ਵੇਖਦਾ ਮੇਰੀ ਬੇਟੀ ਗਿਰ ਗਈ ਇਸੇ ਤਰ੍ਹਾਂ ਬੈਠੀ ਟੱਠੀ ਹੋਈ ਹੈ ਅਤੇ ਮੇਰੀ ਵਾਈਫ ਵੀ ਅਤੇ ਪਿਤਾ ਜੀ ਵੀ ਉੱਧਰ ਟੱਠਾ ਹੋਇਆ। ਮੰਮੀ ਨੂੰ ਵੇਖਦਾ, ਮੰਮੀ ਕੋਲ ਸਾਰੇ ਲੋਹਾਂ ਦੇ ਨੇ ਅਤੇ ਮੈਂ ਆਪ ਨੂੰ ਵੇਖਦਾ ਸਾਰੇ ਕੱਪੜੇ ਲੋਹਾਂ ਦੇ ਨਾਲ ਅਤੇ ਵੇਖ ਕੇ ਕਿ ਗੁਰੂ ਮਹਾਰਾਜ ਤੂੰ ਬਾਪ ਕਿਰਪਾ ਕਰ, ਬਸ ਸਾਡੇ ਕੋਲ ਤਾਂ ਸਭ ਕੁਝ ਗੁੰਮ ਗਿਆ, ਤੂੰ ਹੀ ਕਿਰਪਾ ਕਰ ਸਾਡੇ 'ਤੇ। ਬਸ ਪੌਣ ਸਰੂਪ ਦੇ ਕੋਲ ਉੱਥੇ ਬੈਠਾ ਸੀ ਅਤੇ ਇੱਕ ਬੰਦੇ ਨੂੰ ਵੇਖ ਕੇ ਜ਼ਾਲਮ ਆ ਕੇ ਬਸ ਇੱਕ ਨੂੰ ਮਾਰਦਾ ਸੀ ਅਤੇ ਆਪਣਾ ਜਿਹੜਾ ਕਲੀਮਾ ਅੱਲਾਹੁ ਅਕਬਰ ਇਹ ਕਹਿੰਦਾ ਅਤੇ ਸਾਡੇ ਸਿੱਖ ਵੀਰ ਜਿਹੜੇ ਗਿਰਦੇ ਸਨ ਸਤਨਾਮ ਸ੍ਰੀ ਵਾਹਿਗੁਰੂ ਬੋਲੇ ਸੁਣਿਆ ਸਤਿ ਸ੍ਰੀ ਅਕਾਲ ਕਹਿੰਦੇ ਗਿਰਦੇ ਸਨ। ਸਾਰਿਆਂ ਨੇ ਪ੍ਰਸ਼ਾਦ ਛਕਿਆ ਸੀ ਅਤੇ ਖੁਸ਼ੀ ਸਾਨੂੰ ਇਹ ਹੁੰਦੀ ਸੀ ਕਿ ਕਿਉਂ ਸਾਨੂੰ ਵੀ ਬਾਅਦ ਇਸ ਤਰ੍ਹਾਂ ਮਾਰਦੇ, ਕਿਉਂ ਸਾਡੇ ਹੋਰ ਦੋਸਤ ਵੀਰ ਸਾਰੇ ਜਿਹੜੇ ਸੇਵਾਦਾਰ ਸਨ ਇਹ ਚਲੇ ਗਏ, ਅਸੀਂ ਕਿਹੜਾ ਰਹਿ ਗਏ। ਫਿਰ ਆ ਕੇ ਜ਼ਾਲਮ ਨੇ ਸਾਰਿਆਂ ਨੂੰ ਮਾਰ ਦਿੱਤਾ। ਉਸ ਟਾਈਮ ਤੋਂ ਬਾਅਦ ਇੱਕ ਜੋ ਇਤਿਹਾਸ ਕਵਾਵੇਂ ਇਹ ਮੈਨੂੰ ਕਦੀ ਨਹੀਂ ਭੁੱਲੇਗਾ, ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹਦੀ ਬਾਣੀ ਵਿੱਚ ਬੜੀ ਸ਼ਕਤੀ ਹੈ, ਬੜੀ ਸ਼ਕਤੀ। ਮੈਨੇ ਆਪਣੀ ਅੱਖਾਂ ਦੇ ਨਾਲ ਵੇਖਿਆ ਕਿ ਉਹ ਜ਼ਾਲਮ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੌਣ ਸਰੂਪ ਦੇ ਉੱਤੇ ਗੋਲੀਆਂ ਮਾਰਦਾ ਸੀ, ਮਗਰ ਇੱਕ ਗੋਲੀ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਤੇ ਨਹੀਂ ਲੱਗੀ। ਇਹਨੂੰ ਕੁਦਰਤ ਕਹਿੰਦੇ ਆ, ਇਹਨੂੰ ਸ਼ਕਤੀ ਕਹੀ ਆ, ਇਹ ਜੋ ਕੁਝ ਵੀ ਕਹੀ ਆ ਇਹ ਕਹਿਣ ਤੋਂ ਵੀ ਜ਼ਿਆਦਾ ਹੈ। ਅਤੇ ਦੂਸਰਾ ਆਖਰ ਵਿੱਚ ਬਸ ਗੋਲੀ ਬਰਾਨ ਤੋਂ ਬਾਅਦ ਅਨਗਰਨੇਟ ਇਹਨਾਂ ਕੋਲ ਜ਼ਿਆਦਾ ਸਨ, ਅਨਗਰਨੇਟ ਵੀ ਫੇਕਦਾ ਸੀ ਅਤੇ ਇਹ ਕਹਿੰਦੇ ਸੀ ਸਾਰਿਆਂ ਨੂੰ ਮਾਰ ਦਿੱਤਾ, ਬਸ ਇਹ ਸਾਰੇ ਖਤਮ ਹੋ ਗਏ। ਬਾਹਰ ਨਿਕਲਿਆ, ਬਾਹਰ ਨਿਕਲ ਕੇ ਫਿਰ ਮਾਰਿਆ ਇਹਨਾਂ ਨੇ। ਫਿਰ ਵੀ ਆ ਕੇ ਉਹਨਾਂ ਨੇ ਕਹਿੰਦਾ ਸੀ ਕਿ ਕਿਸੇ ਨੂੰ ਵੀ ਨਹੀਂ ਛੱਡਣਾ, ਇੱਕ ਨੂੰ ਵੀ ਨਹੀਂ ਛੱਡਣਾ, ਸਾਰਿਆਂ ਨੂੰ ਮਾਰਦਾ। ਉਹ ਘਟਨਾ ਕਦੀ ਵੀ ਸਾਨੂੰ ਨਹੀਂ ਭੁੱਲਦੀ। ਅਫਸੋਸ ਹੁੰਦਾ ਸਾਨੂੰ ਉਸ ਦਾ, ਜੋ ਇਤਿਹਾਸਿਕ ਸਥਾਨ ਵਿੱਚ ਅਸੀਂ ਉੱਥੇ ਤਕਰੀਬਨ ਬੜੇ ਚਿਰ ਰਹੇ, ਸੇਵਾ ਕੀਤੀ, ਮਗਰ ਸਾਨੂੰ ਹੁਣ ਵੀ ਦਰਦ ਆਉਂਦਾ
ਕਿ ਅਸੀਂ ਕਿਸ ਤਰ੍ਹਾਂ ਉਹ ਧਰਤੀ ਛੱਡੀ, ਕਿਸ ਤਰ੍ਹਾਂ ਉਹ ਦੇਸ਼, ਕਿਸ ਤਰ੍ਹਾਂ ਉਹ ਜਗ੍ਹਾ ਛੱਡੀ ਸੀ। ਆਪਣੇ ਆਪ 'ਚ ਬੜਾ ਦਰਦਨਾਕ ਹੈ, ਕਿਉਂਕਿ ਜਿਹੜੀ ਕੌਮ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੀ ਹੋਵੇ, ਉਸ ਵੇਲੇ ਮਹਾਮਾਰੀ ਚੱਲ ਰਹੀ ਸੀ, ਮਹਾਮਾਰੀ ਦੇ ਵਿੱਚ ਪਾਠ ਰੱਖਿਆ ਹੋਇਆ ਹੈ ਤੇ ਅਰਦਾਸ ਕੀਤੀ ਜਾ ਰਹੀ ਹੈ ਕਿ ਲੋਕ ਜਿਹੜੇ ਨੇ ਇਸ ਬਿਮਾਰੀ ਤੋਂ ਬਚਣ। ਤਾਂ ਉਸ ਵੇਲੇ ਜਿਹੜੀ ਨਫ਼ਰਤ ਹੈ, ਧਰਮ ਦੀ ਨਫ਼ਰਤ ਜਿਹੜੀ ਹੈ, ਕਹਿੰਦੇ ਕਿ ਇਨਸਾਨ ਨੂੰ ਇਨਸਾਨ ਨਾ ਸਮਝਣ ਵਾਲੀ ਨਫ਼ਰਤ ਜਿਹੜੀ ਹੈ ਉਹ ਇੰਨੀ ਕੁ ਹਾਵੀ ਹੋ ਜਾਂਦੀ ਹੈ ਕਿ ਉਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਉੱਤੇ ਆ ਕੇ ਜਿਹੜੀ ਹੈ ਇਸ ਤਰੀਕੇ ਨਾਲ ਹਮਲਾ ਕਰਦੀ ਹੈ ਤੇ ਹਰੇਕ ਨੂੰ ਜਿਹੜਾ ਮੋਦੀ ਘਾਟ ਉਤਾਰਨ ਦੀ ਕੋਸ਼ਿਸ਼ ਕਰਦੀ ਹੈ। ਉਹ ਕਰਨੀ ਹੈ ਵਾਹਿਗੁਰੂ ਦੀ। ਕਈ ਲੋਕ ਕੁਝ ਬਚੇ ਨੇ ਉਸ ਹਮਲੇ ਦੇ ਵਿੱਚ, ਵੀਰ ਹੁਣੀ ਵੀ ਹੈਗੇ ਨੇ। ਲੇਕਿਨ ਮੈਂ ਜ਼ਰੂਰ ਇਹ ਸਮਝਣਾ ਚਾਹੁੰਦਾ ਕਿ ਜਦੋਂ ਅਸੀਂ ਇਸ ਤਰੀਕੇ ਦੇ ਇਨਸੀਡੈਂਟ ਨੂੰ ਸੁਣਦੇ ਹਾਂ, ਇੱਕ ਵਾਰੀ ਲੂ ਕੰਢੇ ਅੰਦਰ ਖੜੇ ਹੁੰਦੇ ਨੇ, ਇੱਕ ਵਾਰੀ ਕੰਬਣੀ ਛੱਡਦੀ ਹੈ ਅੰਦਰ, ਕੁਛ ਕਰ ਗੁਜ਼ਰਨ ਨੂੰ ਦਿਲ ਕਰਦਾ ਕਿ ਨਹੀਂ ਇਹਨਾਂ ਦਾ ਕੁਛ ਕੀਤਾ ਜਾਣਾ ਚਾਹੀਦਾ, ਪਰ ਅਲਟੀਮੇਟਲੀ ਗੱਲ ਫਿਰ ਉੱਥੇ ਆ ਕੇ ਅੜ ਜਾਂਦੀ ਹੈ ਕਿ ਕਈ ਵਾਰੀ ਜਿਹੜਾ ਮਦਦ ਕਰਨ ਵਾਸਤੇ ਅਸੀਂ ਤਾਂ ਸਾਰੇ ਮਦਦ ਕਰਦੇ ਹਾਂ ਕਿ ਠੀਕ ਹੈ ਜੀ ਮਦਦ ਕੀਤੀ, ਜਿੰਨਾ ਕਿ ਵਾਹਿਗੁਰੂ ਨੇ ਸਮਰੱਥ ਕੀਤਾ ਹੈ ਉਨੀ ਕੁ ਮਦਦ ਕੀਤੀ, ਪਰ ਕਈ ਲੋਕੀ ਜਿਹੜੇ ਨੇ ਉਹ ਆਪਣੇ ਆਪ ਨੂੰ ਪ੍ਰੈਜ਼ੈਂਟ ਇਸ ਤਰੀਕੇ ਨਾਲ ਕਰਦੇ ਨੇ ਕਿ ਉਹ ਇਹਨਾਂ ਦਾ ਵੀ ਜਿਹੜਾ ਸ਼ੋਸ਼ਣ ਕਰਕੇ ਚਲੇ ਜਾਂਦੇ ਨੇ। ਅਸੀਂ ਇਹਨਾਂ ਦਾ ਕੁਝ ਨਹੀਂ ਵਾਪਸ ਕਰ ਸਕਦੇ, ਨਾ ਇਹਨਾਂ ਦਾ ਪਰਿਵਾਰ ਮੋੜ ਸਕਦੇ, ਨਾ ਉਹ ਖੁਸ਼ੀਆਂ, ਨਾ ਉਹ ਮਿੱਟੀ, ਨਾ ਉਹ ਦਿਨ ਜਿਹੜੇ ਉੱਥੇ ਜਿਹੜੇ ਨੇ ਸਾਰੀ ਉਮਰ ਇਹਨਾਂ ਨੂੰ ਡਰਾਉਣਾ ਹੈ। ਲੇਕਿਨ ਕਹਿੰਦੇ ਨੇ ਕਿ ਆਪਣੇ ਜਿਹੜੇ ਆ ਕੇ ਕਈ ਵਾਰੀ ਹੁੰਦੇ ਨੇ ਗਲਵੱਕੜੀ ਲੈ ਕੇ ਕਹਿੰਦੇ ਨੇ ਕਿ ਕੋਈ ਨਾ ਫਿਕਰ ਨਾ ਕਰ, ਵਾਹਿਗੁਰੂ ਦਾ ਪਾਣਾ ਸੀ, ਮੈਂ ਤੇਰੇ ਕੋਲ ਹੈਗਾ, ਮੈਂ ਤੇਰਾ ਆਪਣਾ ਹੈ। ਪਰ ਉਹਦੇ ਵਿੱਚ ਵੀ ਕਈ ਭੇਖੀ ਸਾਡੇ ਕੋਲ ਜਿਹੜੇ ਆ ਕੇ ਉਹਨਾਂ ਨੇ ਨੁਕਸਾਨ ਕੀਤਾ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਉਸ ਤੋਂ ਬਾਅਦ ਤੁਹਾਡੀਆਂ ਕਾਲਸ ਵੀ ਇਸੇ ਤਰੀਕੇ ਨਾਲ ਲਵਾਂਗੇ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈਗਾ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ। ਲਾਈਵ ਪ੍ਰੋਗਰਾਮ ਹੈ, ਕਾਲ ਕਰ ਸਕਦੇ ਹੋ 7187865221 ਦੇ ਉੱਤੇ ਕਾਲ ਕਰੋਗੇ, ਸਟੂਡੀਓ ਦੇ ਵਿੱਚ ਡਾਇਰੈਕਟਲੀ ਇਹ ਜਿਹੜੀ ਰਿੰਗ ਆਏਗੀ। ਸੋ ਮੈਂ ਕਾਲਸ ਵੀ ਜਿਹੜੀਆਂ ਨਾਲ ਨਾਲ ਲੈਣੀਆਂ ਸ਼ੁਰੂ ਕਰਦੇ ਹਾਂ ਤਾਂ ਜੋ ਤੁਹਾਡੇ ਵੀ ਵਿਚਾਰ ਜਿਹੜੇ ਨੇ ਉਹਨਾਂ ਨੂੰ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਕਰ ਸਕੇ। ਹੈਲੋ ਹੈਲੋ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜਨਾਬ। ਮੈਂ ਰਾਜ ਕੁਮਾਰ ਬੋਲ ਰਿਹਾ ਜੀ। ਜੀ ਰਾਜ ਕੁਮਾਰ ਜੀ। ਮੇਰੇ ਦੁਆਲੇ ਇੱਥੇ ਨੇੜੇ ਜਿਹੜੇ ਮੇਰੇ ਲੋਕ ਇੰਨੇ ਨਾ ਅਫਗਾਨਿਸਤਾਨ ਤੋਂ ਆਏ ਹੋਏ ਜੀ ਮੇਰੇ ਤੰਗ ਹੈ, ਇਹਨਾਂ ਦੀ ਮੈਂ ਟਾਈਮ ਮੈਂ ਮਦਦ ਕਰਦਾ ਉਹਨਾਂ ਦੀ, ਜੀ ਨਹੀਂ ਕਰ ਸਕਦਾ, ਪਰ ਮੈਂ ਜਿੰਨੀ ਮਦਦ ਲੈ ਕੇ ਉਨੀ ਕਰ ਨਹੀਂ ਸਕਦਾ ਜਿੰਨੀ ਕੁ ਮੈਨੂੰ ਚਾਹੀਦੀ ਹੈ। ਜੀ ਪਰ ਜੋ ਕੁਝ ਹੈ ਤੁਹਾਡਾ ਵੈਲਕਮ ਹੈ ਬੈਕ ਤੁਹਾਨੂੰ ਆਇਆ ਨੂੰ, ਬਹੁਤ ਹੀ ਖੁਸ਼ੀ ਹੈ ਤੁਸੀਂ ਆ ਗਏ ਹੋ, ਜੀ। ਮੈਨੂੰ ਬਹੁਤ ਖੁਸ਼ੀ ਹੈ। ਧੰਨਵਾਦ ਜੀ, ਧੰਨਵਾਦ ਰਾਜ ਕੁਮਾਰ। ਬਹੁਤ ਮਿਹਰਬਾਨੀ ਜੀ, ਮਿਹਰਬਾਨੀ। ਕਾਲ ਕਰਦੇ ਰਹਾਂ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ। ਹਾਂਜੀ ਮਨੀਸ਼ ਜੀ, ਵੈਲਕਮ ਬੈਕ। ਬੜੇ ਦੇਰ ਬਾਅਦ ਤੁਹਾਡੀ ਆਵਾਜ਼ ਸੁਣੀ ਹੈ, ਧੰਨਵਾਦ ਸੋ ਜੀ। ਬਹੁਤ ਅੱਛਾ ਲੱਗਾ। ਅੱਛਾ ਮੈਂ ਥੋੜੀ ਜਿਹੀ ਇਹ ਗੱਲ ਦੱਸਣੀ ਚਾਹੁੰਦਾ ਜਿਹੜਾ ਅੱਜ ਤੁਸੀਂ ਟਾਪਿਕ ਲਿਆਂਦਾ ਹੈ। ਜੀ ਦੇਖੋ ਨੰਬਰ 1 ਤਾਂ ਮੈਂ ਪਰਸਨਲੀ ਵੀ ਔਰ ਸਾਰੇ ਲੋਕਾਂ ਵੱਲੋਂ, ਹਿਊਮਨ ਬੀਇੰਗ ਵੱਲੋਂ, ਜਿਹੜੇ ਇਹ ਅਫਗਾਨਿਸਤਾਨ ਦੇ ਰਿਫਿਊਜੀ ਹੈ, ਘਰ-ਬਾਰ ਇਹਨਾਂ ਦੇ ਲੁੱਟੇ ਗਏ, ਇਹਨਾਂ ਨਾਲ ਮੈਨੂੰ ਬਹੁਤ ਸਹਾਨੁਭੂਤੀ ਹੈ। ਔਰ ਉਸੇ ਤਰ੍ਹਾਂ ਹੀ ਮੈਨੂੰ ਸਾਰੇ ਹੀ ਰਿਫਿਊਜੀਆਂ ਨਾਲ। ਜੀ ਦੇਖੋ ਮਾਇਨਾਮਾਰ ਚ ਕੀ ਹੋਇਆ, ਹੋਰ ਕਿੱਥੇ ਕਿੱਥੇ ਹੁੰਦਾ ਹੈ, ਕਿੰਨੇ ਕਾਪਾ ਰਿਫਿਊਜੀ ਗਏ। ਇੰਟਰਨੈਸ਼ਨਲ ਰੈੱਡ ਕਰਾਸ ਵੀ ਇਹਨਾਂ ਦੀ ਮਦਦ ਕਰਦੀ ਹੈ ਔਰ ਕਈ ਆਰਗੇਨਾਈਜੇਸ਼ਨਾਂ ਵੀ ਬਹੁਤ ਵੱਧ ਚੜ ਕੇ ਅੱਗੇ ਮਦਦ ਕਰਦੀਆਂ। ਹੁਣ ਮੈਨੂੰ ਸ਼ੋਅ ਤੋਂ ਅੱਜ ਥੋੜੀ ਜਿਹੀ ਇਸ ਤਰ੍ਹਾਂ ਲੱਗਿਆ ਬਈ ਅਸੀਂ ਇੱਕ ਥੋੜੀ ਜਿਹੀ, ਠੀਕ ਹੈ ਇਹਨਾਂ ਆਰਗੇਨਾਈਜੇਸ਼ਨਾਂ ਦੀ ਫੰਡਿੰਗ ਕਿੰਨਾ ਕਿ ਉੱਥੇ ਦਿੰਦੇ ਆ, ਕਿੰਨਾ ਕੁ ਰੱਖਦੇ ਆ, ਪਰ ਮੈਂ ਫਿਰ ਵੀ ਇਹਨਾਂ ਨੂੰ ਕ੍ਰੈਡਿਟ ਦੇਣਾ ਵੀ ਅਸੀਂ ਲੋਕ ਇਹਨਾਂ ਦੇ ਪੈਸੇ ਇਕੱਠੇ ਕਰਦੇ। ਹੁਣ ਮੈਂ ਉਹਨਾਂ ਦੂਜੀ ਗੱਲ ਤੇ ਜੀ ਦੇਖੋ, ਅਫਗਾਨਿਸਤਾਨ ਸਾਡਾ ਪਹਿਲਾਂ ਤਾਂ ਬਹੁਤ ਨੇੜੇ ਦਾ ਨੇਬਰ ਸੀ, ਸੰਨ 47 ਤੋਂ ਪਹਿਲਾਂ ਦਾ ਜੀ। ਔਰ ਇਹ ਪੁਰਾਣੀਆਂ ਐਨੀਮਿਟੀਜ਼ ਹੈ ਜੇ ਆਪਾਂ ਹਿਸਟਰੀ 'ਚ ਦੇਖੀਏ। ਬਿਲਕੁਲ। ਦੇਖੋ ਜਦੋਂ 1748 ਚ ਅਹਿਮਦ ਸ਼ਾਹ ਅਬਦਾਲੀ ਨੇ 8-9 ਹਮਲੇ ਕੀਤੇ ਇੰਡੀਆ ਤੇ, ਜੀ ਉਹ ਪੰਜਾਬ ਤੋਂ ਲੰਘ ਕੇ ਜਾਂਦਾ ਸੀ, ਉਹਨੇ ਜਿਹੜਾ ਇੱਥੋਂ ਦਾ ਮੁਗਲ ਅੰਪਾਇਰ ਤੇ ਜਿਹੜਾ ਇੱਥੋਂ ਦਾ ਮਰਾਠਾ ਅੰਪਾਇਰ ਸੀਗੇ ਉਹ ਉਹਨੇ ਡਿਸਟਰੋਏ ਕਰ ਦਿੱਤੇ। ਅੱਛਾ ਫਿਰ ਉਸ ਤੋਂ ਬਾਅਦ ਉਹ ਟਾਈਮ ਲੰਘ ਗਿਆ, 1766 ਖਤਮ ਹੋ ਗਿਆ, ਦੁਰਾਨੀ ਸਾਹਿਬ ਵੀ ਅਬਦਾਲੀ ਸ਼ਾਹ ਜਾਂਦੇ ਲੱਗੇ। ਮੁੜ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਫਿਰ ਦੇਖੋ ਹਰੀ ਸਿੰਘ ਨਲਵਾ ਵੀ ਉੱਥੇ ਗਏ। ਦੇਖੋ ਅਸੀਂ ਲੋਕ ਬਹਾਦਰੀ ਗਿਣਦੇ ਜੀ, ਅਗਰ ਉਹ ਮੇਰੀ ਕੌਮ ਦਾ ਆਦਮੀ ਹੈ ਮੈਂ ਬਹਾਦਰੀ ਗਿਣਦਾ, ਪਰ ਜਿਹੜੇ ਇਲਾਕੇ 'ਚ ਜਾ ਕੇ ਅਸੀਂ ਰੂਲ ਨੂੰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੇ ਉੱਥੋਂ ਦੇ ਲੋਕ ਹੁੰਦੇ ਆ
ਉਹ ਉਹਨਾਂ ਨੂੰ ਇਨਵੇਡਰ ਸਮਝਦੇ ਆ। ਜੀ ਸੋ ਮੈਂ ਤਾਂ ਕਹਿਣਾ ਵੀ ਪਹਿਲਾ ਕੰਮ ਤਾਂ ਡਿਪਲੋਮੈਟਿਕ ਮਿਸ਼ਨ ਦੇ ਲਿਹਾਜ਼ ਨਾਲ ਇੰਡੀਅਨ ਗਵਰਨਮੈਂਟ ਦੀ ਉਹ ਡਿਊਟੀ ਬਣ ਗਈ ਹੈ ਉਹਨਾਂ ਕੰਟਰੀਆਂ ਨੂੰ। ਹੁਣ ਠੀਕ ਹੈ, ਤਾਲਿਬਾਨ ਅਪ ਹੋ ਗਿਆ, 8-10 ਸਾਲ ਉੱਥੇ ਰਸ਼ੀਆ ਰਿਹਾ, 8-10 ਸਾਲ ਉੱਥੇ ਅਮਰੀਕਾ ਰਿਹਾ, ਹਿਸਟਰੀ ਬੜੀ ਪੁਰਾਣੀ ਹੋ ਗਈ ਆ। ਪਰ ਮੈਨੂੰ ਇਹਨਾਂ ਸਿੱਖਾਂ ਨਾਲ ਬਹੁਤ ਹੀ ਇੱਕ ਸਿਮਤੀ ਹੈ। ਪਰ ਐਟ ਦਾ ਸੇਮ ਟਾਈਮ ਮੈਂ ਕੋਈ ਵੀ ਇਹੋ ਜਿਹੀ ਆਰਗੇਨਾਈਜੇਸ਼ਨ ਨੂੰ ਅਸੀਂ ਨੀਵਾਂ ਦਿਖਾਈਏ, ਐਟ ਲੀਸਟ ਮੇਰਾ ਪਰਸਨਲ ਓਪੀਨੀਅਨ ਹੈ, ਮੈਂ ਇਹ ਗੱਲ ਲਾਈਕ ਨਹੀਂ ਕਰਦਾ। ਬਿਲਕੁਲ ਬਾਜਵਾ ਸਾਹਿਬ, ਅਸੀਂ ਕਿਸੇ ਦਾ ਵੀ ਜਿਹੜਾ ਇੱਥੇ ਨਾਮ ਨਹੀਂ ਲੈ ਰਹੇ, ਲੇਕਿਨ ਅਸੀਂ ਥੋੜਾ ਜਿਹਾ ਸੁਚੇਤ ਜ਼ਰੂਰ ਕਰਨਾ ਚਾਹੁੰਦੇ ਹਾਂ ਤੇ ਇੱਕ ਹਲਕੀ ਜਿਹੀ ਚੁੰਡੀ ਵੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਜਾਗੋ, ਅਗਰ ਕਿਸੇ ਪੁਰਾਣੇ ਸਮੇਂ ਦੇ ਵਿੱਚ ਕੋਈ ਅਗਰ ਮਿਸਟੇਕ ਹੋਈ ਵੀ ਹੈ ਤਾਂ ਆਪਾਂ ਉਹਨੂੰ ਸੁਧਾਰੀਏ, ਆਪਾਂ ਨਾ ਕਰੀਏ ਇਸ ਤਰੀਕੇ ਨਾਲ ਕਿ ਬਾਰ-ਬਾਰ ਲੋਕਾਂ ਦੇ ਜਿਹੜੇ ਨੇ ਜਜ਼ਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕਰੀਏ। ਅਸੀਂ ਇਸ ਕਰਕੇ ਕਿਸੇ ਦਾ ਵੀ ਨਾਂ ਨਹੀਂ ਲੈ ਰਹੇ, ਲੇਕਿਨ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਘਰ ਦੇ ਵਿੱਚ ਜਦੋਂ ਤੁਹਾਨੂੰ ਪਤਾ ਹੋਵੇ ਕਿ ਇਸ ਤਰੀਕੇ ਦੇ ਹਾਲਾਤ ਹੋਣ ਤਾਂ ਥੋੜਾ ਜਿਹਾ ਡੰਡਾ ਵੀ ਜਿਹੜਾ ਉਹ ਖੜਕਣਾ ਚਾਹੀਦਾ ਕਿ ਅਗਲੇ ਨੂੰ ਵੀ ਥੋੜਾ ਚਾਨਣਾ ਹੋਵੇ ਕਿ ਕੀ ਕੁਝ ਚੱਲ ਰਿਹਾ। ਜਿਸ ਤਰੀਕੇ ਨਾਲ ਇਹਨਾਂ ਨੇ ਗੱਲ ਕੀਤੀ ਹੈ ਬਾਜਵਾ ਸਾਹਿਬ ਉਹਨਾਂ ਨੇ ਕਿ ਡਿਪਲੋਮੈਟਿਕ ਜਿਹੜੀ ਰਿਸਪੌਂਸਿਬਿਲਿਟੀ ਬਣਦੀ ਹੈ, ਬਹੁਤੇ ਲੋਕੀ ਇਹ ਵੀ ਗੱਲ ਕਰਦੇ ਨੇ ਕਿ ਬਾਹਰਲੇ ਦੇਸ਼ਾਂ ਦੀ ਭੱਜ ਦੌੜ ਹੀ ਕਿਉਂ, ਗੁਆਂਢ ਦੇ ਵਿੱਚ ਹੀ, ਕਿਉਂਕਿ ਇੱਕ ਪਾਕਿਸਤਾਨ ਹੈਗਾ, ਪਾਕਿਸਤਾਨ ਤੋਂ ਬਾਅਦ ਭਾਰਤ ਹੈ, ਤੇ ਉੱਥੇ ਕਿਉਂ ਜਿਹੜੇ ਇਹਨਾਂ ਨੂੰ ਸੈਟਲ ਨਹੀਂ ਕੀਤਾ ਜਾਂਦਾ। ਈਜ਼ੀ ਹੈ, ਪੈਸਾ ਵੀ ਘੱਟ ਲੱਗਦਾ ਹੈ, ਸੋ ਈਜ਼ੀਨੈਸ ਜਿਹੜੀ ਹੈਗੀ ਹੈ ਸਭ। ਮੈਂ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਸੈਨਾਪਤੀ ਜੀ, ਇਹਦੇ ਉੱਤੇ ਥੋੜਾ ਜਿਹਾ ਜ਼ਰੂਰ ਚਾਨਣਾ ਪਾਓ ਕਿ ਉੱਥੇ ਕੀ ਮੁਸ਼ਕਲਾਂ ਆਈਆਂ ਨੇ ਜਿਹਦੇ ਕਰਕੇ ਇਹ ਲੋਕੀ ਨਿਕਲਣ ਤੋਂ ਤਿਆਰ ਨਹੀਂ ਰਹੇ, ਅਖੀਰਲੀ ਸਮੇਂ ਤੱਕ ਉੱਥੇ ਇੰਤਜ਼ਾਰ ਕਰਦੇ ਰਹੇ ਨੇ। तो मनीष जी, ऐसा है कि जब 60s और 70s में लोग निकलना शुरू हुए जी, सबसे नेचुरल डेस्टिनेशन हिंदुस्तान ही सीगा, चाहे डायरेक्ट फ़्लाइट भी सीगी या लोग पाकिस्तान के बाहर जाते थे। मगर प्रॉब्लम उधर ये थी कि पहले तो अफ़गान हिंदू और सिख लोगों को इंडिया एज जनरल एक्सेप्ट नहीं किया एज सिटीज़न, या उस वक्त कोई ऐसा एवेन्यू नहीं था। थैंक यू टू मोदी जी का अब उन्होंने सीए पास किया और हमारे लोगों का कोई रास्ता निकला है कि हिंदुस्तान में अपना इस्टेब्लिश कर सके। दूसरा, भाषा का बहुत डिफरेंस था। जो हमारे लोग अफ़गानिस्तान में पंजाबी जानते हैं, बट जो उनका काम ठाम था सारा उर्दू फ़ारसी में या पश्तो में था। काम करने का स्टाइल अलग था। इंडिया में थोड़े रेगुलेशंस है, अफ़गानिस्तान वाज ओपन सोसाइटी, देयर इज़ नो रूल्स रेगुलेशंस। तो प्लस टेम्परेचर का फ़र्क था, वेदर का फ़र्क था। इन अफ़गानिस्तान थोड़ा प्लेजेंट वेदर रहता है, थोड़ा ठंडा रहता है, हिंदुस्तान गर्म था। तो इस वजह से लोग गए वहाँ पे शुरू में इस्टेब्लिश होने। आई थिंक जो भी 70s 80s और 90s में निकले हैं, 70-80% लोग पहले हिंदुस्तान गए, मगर वहाँ पे किसी वजह से इन रीजंस पे ਕਿ ਇਹ ਵੀ ਕਿਹਾ ਜਾਂਦਾ ਹੈ ਕਿ ਉੱਥੇ ਜਿਹੜੇ ਲੋਕ ਗਏ, ਕਦੀ ਉਹਨਾਂ ਨੂੰ ਪਾਸਪੋਰਟ ਦੀ ਮੁਸ਼ਕਲ, ਕਦੀ ਉਹਨਾਂ ਨੂੰ ਵੀਜ਼ਾ ਦੀ ਮੁਸ਼ਕਲ, ਮਤਲਬ ਕਿ ਜਿਹੜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਹੁਣ ਕਿਹਾ ਜਾਂਦਾ ਕਿ ਇਹ ਤਾਂ ਸਾਰੇ ਆਪਣੇ ਨੇ जी, ਮਤਲਬ ਉਸ ਵੇਲੇ ਆਪਣੇ ਵਾਲੀ ਜਾਗ ਨਹੀਂ ਆਈ ਜਾਂ ਜਿਹਦੇ ਕਰਕੇ ਲੋਕਾਂ ਨੂੰ ਵੀ ਲੱਗਾ कि यार उस वेले जाग नहीं आया, या गवर्नमेंट ने उतना इम्पोर्टेंस नहीं दी, या उनको पता नहीं पाकिस्तान से डर था कि अगर हिंदुओं अफ़गानिस्तान को, अफ़गान के लोगों को एक्सेप्ट करना शुरू कर दिया, कितने मुस्लिम लोग आएंगे, या रीज़न हमें नहीं मालूम, बट उतनी एक्सेप्टेंस नहीं थी जितनी अब है। और इसी वजह से फिर लोग वहाँ से अपना रास्ता निकाल के जर्मनी, बेल्जियम, हॉलैंड, लंदन, अमेरिका पहुँचे। ਬਿਲਕੁਲ ਮੈਂ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਰਿੰਦਰ, ਜਿਸ ਤਰ੍ਹਾਂ ਦੇ ਤੁਸੀਂ ਹੁਣ ਅਮਰੀਕਾ ਆਏ ਹੋ, ਅਮਰੀਕਾ ਨਿਊਯਾਰਕ ਦੇ ਵਿੱਚ ਰਹਿ ਰਹੇ ਹੋ, ਜਿੰਨੀਆਂ ਤੁਹਾਨੂੰ ਗੱਲਾਂ ਸੁਣਨ ਨੂੰ ਮਿਲੀਆਂ ਨੇ, ਜਾਂ ਜਿੰਨਿਆਂ ਨੇ ਆ ਕੇ ਤੁਹਾਨੂੰ ਆ ਕੇ ਗਲਵਕੜੀ ਚ ਲਿਆ ਕਿ ਕੋਈ ਗੱਲ ਨਹੀਂ ਕਾਕਾ ਜੀ, ਅਸੀਂ ਤੁਹਾਡੇ ਵਾਸਤੇ ਇਹ ਵੀ ਕੀਤਾ, ਅਸੀਂ ਇਹ ਵੀ ਕਰ ਰਹੇ ਹਾਂ, ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਹੁਣ ਗੱਲਾਂ ਜਿਹੜੀਆਂ ਨੇ ਉਹ ਜ਼ਿਆਦਾ ਹੋਈਆਂ ਨੇ ਤੇ ਅਸਲ ਦੇ ਵਿੱਚ ਜਦੋਂ ਤੁਹਾਨੂੰ ਲੋੜ ਸੀ ਉਸ ਜਗ੍ਹਾ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ, ਉਸ ਵੇਲੇ ਹੱਥ ਘੱਟ ਪਹੁੰਚੇ ਉੱਥੇ? ਅਸੀਂ ਤਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਮਦਦ ਕੀਤੀ, ਸਾਨੂੰ ਇਹ ਉਹਦੇ ਹਾਲਾਤ ਵਿੱਚੋਂ ਕੱਢ ਕੇ। ਜੀ। ਪਹਿਲੇ ਤਾਂ ਅਫਗਾਨਿਸਤਾਨ ਵਿੱਚ ਜੋ ਹਾਲਾਤ ਸਨ, ਉਹ ਹਾਲਾਤ ਚੋਂ ਕੱਢ ਕੇ ਸਾਨੂੰ ਇੰਡੀਆ ਲਿਆਇਆ। ਜੀ, ਉਹਨਾਂ ਦਾ ਵੀ ਧੰਨਵਾਦ ਅਸੀਂ ਕਰਦੇ ਹਾਂ, ਬਿਲਕੁਲ। ਸੁਸਾਇਟੀਆਂ ਦਾ, ਇੰਡੀਆ ਗਵਰਨਮੈਂਟ ਦਾ, ਔਰ ਜਿਨ੍ਹਾਂ ਨੇ ਫਿਰ ਸਾਡੇ ਨਾਲ ਇਸ ਤਰ੍ਹਾਂ ਦੀ ਹੈਲਪ ਕੀਤੀ ਕਿ ਸਾਨੂੰ ਲਿਆ ਕੇ ਇੱਥੇ ਸਾਡੇ ਨਾਲ ਸੰਸਥਾਵਾਂ ਨੇ, ਜਿਵੇਂ ਗੁਰੂ ਨਾਨਕ ਦਰਬਾਰ ਜੀ ਇੱਥੇ ਜਿਹੜਾ ਅਮਰੀਕਾ ਵਿੱਚ ਹੈਗਾ, ਇਹਨਾਂ ਨੇ ਸਾਨੂੰ ਸਪੋਰਟ ਕੀਤਾ ਇਹਦਾ ਕਿ ਸਾਡੇ ਨਾਲ ਘਰ ਦਾ ਰਹਿਣ ਬਹਿਣ, ਸਾਡਾ ਖਰਚਾ ਖਾਣਾ ਪੀਣਾ ਇਹਦਾ, ਅਤੇ ਸਾਡੇ ਨਾਲ ਜਿਹੜੀ ਸੰਸਥਾਵਾਂ ਹੈ ਨੇ ਸਿਕੂਲੇਸ਼ਨ, ਇਹਨਾਂ ਨੇ ਸਾਡੇ ਨਾਲ ਹੈਲਪ ਕੀਤੀ। ਸਾਡੇ ਨਾਲ ਸਾਡੇ ਹੋਰ ਵੀਰ ਜਿਹੜੇ ਨੇ ਬੇਦੀ ਸਾਹਿਬ, ਇਹਨਾਂ ਨੇ ਸਾਡੇ ਨਾਲ ਬੜੀ ਹੈਲਪ ਕੀਤੀ। ਇਹਨਾਂ ਨੇ ਸਾਨੀ ਸਾਹਿਬ, ਇਹਨਾਂ ਨੇ ਜੀ,
ਇਹਨਾਂ ਨੇ ਵੀਰਾਂ ਨੇ ਸਾਡੇ ਨਾਲ ਆਪਣੀ ਆੜੀ ਗਲਵੱਟੀ ਖੋਲ੍ਹ ਕੇ ਸਾਨੂੰ ਪਕੜਿਆ ਹੈ ਇਹਦੇ ਵਿੱਚ। ਸਾਨੂੰ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਸਾਡਾ ਵੀ ਕੋਈ ਹੈਗਾ ਕਿ ਸਾਨੂੰ ਚਾਹ ਕੇ ਇੱਥੇ ਲਾ ਕੇ ਆਉਣਾ ਨੇ, ਅਤੇ ਸਾਨੂੰ ਆਉਣੀ ਉਮੀਦ ਜਾਗੀ ਹੈ ਕਿ ਅਸੀਂ ਵੀ ਸ਼ਾਇਦ ਸਾਡਾ ਜਿਹੜਾ ਫਿਊਚਰ ਹੈ ਇਹ ਬਣੇਗਾ। ਬਿਲਕੁਲ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਣਾ, ਬ੍ਰੇਕ ਤੋਂ ਤੁਰੰਤ ਬਾਅਦ ਜਿਹੜੇ ਵਾਪਸ ਆਵਾਂਗੇ, ਕਿਉਂਕਿ ਸਮਾਂ ਦੌੜ ਰਿਹਾ ਹੈ, ਪਰ ਦਿਲ ਕਰਦਾ ਕਿ ਇਹਨਾਂ ਕੋਲ ਹੋਰ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ ਅਫਗਾਨਿਸਤਾਨ ਦੇ ਹਾਲਾਤਾਂ ਬਾਰੇ ਲਈਏ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈਗਾ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ। ਨਾਲ ਤੁਹਾਡੀਆਂ ਕਾਲਸ ਵੀ ਲੈਣੇ ਆ ਤੇ ਕੁਝ ਵਿਚਾਰ ਜਿਹੜੇ ਨੇ ਹੋਰ ਵੀ ਕਰਾਂਗੇ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਤਿੰਨਾਂ ਸੱਜਣਾਂ ਨੂੰ, ਕੁਲਾਟੀ ਸਾਹਿਬ ਤੇ ਸਾਰੇ ਜਿਹੜੇ ਇਹਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਂ ਦੇਖੋ ਗੱਲ ਇਹ ਹੈ ਕਿ ਮੈਂ ਤੁਸੀਂ ਕਿ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਦਿੱਤੀ ਮੈਂ ਦਿੱਲੀ ਤੋਂ ਆ ਜੀ। ਇਹ ਜਿਹੜੇ ਉੱਥੇ ਦਿੱਲੀ ਆ ਕੇ ਵੀ ਵੈਸਟ ਦਿੱਲੀ ਚ ਤਿਲਕ ਨਗਰ ਦੇ ਨੇੜੇ ਮਹਾਵੀਰ ਨਗਰ ਵੀ ਆ ਕੇ ਵਸੇ ਨੇ ਜੀ ਇਹਨਾਂ ਨੇ ਉੱਥੇ ਪਿਸ਼ੋਰੀਆਂ ਦਾ ਗੁਰਦੁਆਰਾ ਬਣਾਇਆ ਜੀ। ਉੱਥੇ ਅਫਗਾਨੀ ਸਿੱਖ ਆ ਕੇ ਵਸੇ ਉਹਨਾਂ ਨੇ ਉਸ ਵੈਸਟ ਦਿੱਲੀ ਨੂੰ ਬੇਸਿਕਲੀ ਜਿਹੜੇ ਹੈਗੇ ਨਾ, ਮੈਂ ਪਿੱਛੇ ਵੱਲ ਜਾਵਾਂ, ਇਹ ਜਿਹੜੇ ਸਾਰੇ ਲੋਕੀ ਜਿਹੜੇ ਉੱਥੇ ਵਸ ਗਏ ਸਨ ਨਾ, ਦੇ ਵਰ ਆਰ ਟ੍ਰੇਡਰਸ। ਜੀ ਉਹ ਵਪਾਰ ਕਰਦੇ ਸਨ ਆਪਣਾ, ਉਹਦੇ ਵਿੱਚ ਉਹਨਾਂ ਨੇ ਉੱਥੇ ਦੀ ਆਪ ਵੀ ਕੱਟਿਆ ਤੇ ਉਹਨਾਂ ਨੂੰ ਵੀ ਕਟਾਇਆ, ਉਹਨਾਂ ਦਾ ਕੀਤਾ। ਦੇ ਵਰ ਨਾਟ ਵਾਰੀਅਰਸ। ਜੀ ਜਿਵੇਂ ਹਰੀ ਸਿੰਘ ਜੀ ਨਲਵਾ ਦੇਖੋ ਗਏ ਅੱਗੇ, ਹਮੇਸ਼ਾ ਅਬਦਾਲੀ ਤੁਰਿਆ ਆਉਂਦਾ ਸੀਗਾ, ਇੱਥੇ ਸਾਡਾ ਲੁੱਟ ਪੁੱਟ ਕੇ ਚਲਾ ਜਾਂਦਾ ਸੀਗਾ। ਇਹ ਸਿੱਖ ਹੀ ਸਨ ਜਿਹੜਾ ਉਹਨੂੰ ਰੋਕਿਆ। ਤਮੂਰਲੰਗ ਤੱਕ ਤੁਸੀਂ ਵੇਖੋ, ਉਹਨੇ 3 ਸਾਲ ਵਾਸਤੇ ਜੋ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਸੀ ਕੁੜੀਆਂ, ਜਿਹੜਾ ਸਾਰਾ ਕੁਝ ਇਹ ਸੀ ਕਿ ਸਿੱਖਾਂ ਨੇ ਛੁਡਾਈ। ਬਿਲਕੁਲ ਹਾਲੇ ਵੀ ਕਹਿੰਦੇ ਨੇ ਸਮਝਾ ਨਲਵਾ ਆਇਆ ਰੇ, ਨਲਵਾ ਆਇਆ ਰੇ। ਬਿਲਕੁਲ। ਬਹੁਤ ਬਹੁਤ ਧੰਨਵਾਦ ਜੀ, ਕਿਉਂਕਿ ਅਫਗਾਨੀ- ਸਮਾਂ ਨਹੀਂ ਹੈਗਾ ਮੈਂ ਇਸ ਗੱਲ ਨੂੰ ਕਰਾਂ, ਕਿਉਂਕਿ ਸਾਡੇ ਨਾਲ ਤਲਵਿੰਦਰ ਸਿੰਘ ਹੋਣਾ ਨੇ ਹੁਣੇ ਜੁਆਇਨ ਕੀਤਾ। ਐਕਚੁਅਲੀ ਸਮਾਂ ਪ੍ਰੋਗਰਾਮ ਦਾ ਘੱਟ ਹੈ, ਲੇਕਿਨ ਅੱਜ ਮੈਂ ਜ਼ਰੂਰ ਇਹਨਾਂ ਦੀ ਗੱਲਬਾਤ ਸੁਣਨਾ ਚਾਹੁੰਦਾ ਸੀ। ਤਲਵਿੰਦਰ, ਮੈਂ ਜ਼ਰੂਰ, ਜਿਸ ਤਰ੍ਹਾਂ ਤੁਹਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇੱਕ ਉਹ ਸਮਾਂ ਸੀ ਕਿ ਜਦੋਂ ਸਾਡੀ ਕਮਿਊਨਿਟੀ ਦਾ ਕੋਈ ਵਿਅਕਤੀ ਜਿਹੜਾ ਹੈ ਕਿਸੇ ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ ਆਉਂਦਾ ਸੀ ਤਾਂ ਉਹਦੇ ਲਈ ਸੀਟਾਂ ਖਾਲੀ ਕਰ ਦਿੱਤੀਆਂ ਜਾਂਦੀਆਂ ਸਨ। ਜਿਹੜੇ ਹਿੰਦੂ ਮਤ ਦੇ ਲੋਕ ਸਨ ਉਹਨਾਂ ਨੂੰ ਲਾਲਾ ਜੀ ਕਹਿ ਕੇ ਪੁਕਾਰਿਆ ਜਾਂਦਾ ਸੀ, ਜਿਹੜੇ ਜਿਨ੍ਹਾਂ ਦੇ ਸਿਰ ਤੇ ਦਸਤਾਰ ਸੀ ਉਹਨਾਂ ਨੂੰ ਸਰਦਾਰ ਜੀ ਕਹਿ ਕੇ ਉੱਥੋਂ ਦੇ ਲੋਕ ਕਹਿੰਦੇ ਸਨ। ਅਤੇ ਅੱਜ ਉਹ ਸਮਾਂ ਆ ਗਿਆ ਸੀ ਜਦੋਂ ਤੁਸੀਂ ਅਖੀਰਲੇ ਰਹੇ ਕਿ ਕਹਿੰਦੇ ਨੇ ਕਿ ਮੋਢੇ ਦੇ ਉੱਤੇ ਪੀਲੀ ਪੱਟੀ ਪਾ ਕੇ ਤੁਸੀਂ ਨਿਕਲਣਾ ਹੈ। ਮੈਂ ਜ਼ਰੂਰ ਤੁਹਾਡੇ ਕੋਲ ਐਜ਼ ਏ ਨੌਜਵਾਨ ਦੇ ਤੌਰ 'ਤੇ ਪੁੱਛਣਾ ਚਾਹੁੰਦਾ ਕਿ ਉਸ ਸਮੇਂ ਨੂੰ ਤੁਸੀਂ ਕਿਸ ਤਰ੍ਹਾਂ ਡੈਫੀਸਾਈਡ ਕਰਦੇ ਕਿ ਉਹ ਮਨੋਹਰ ਕਹਾਣੀਆਂ ਨੇ ਜਾਂ ਉਹ ਸੁਪਨੇ ਦੀਆਂ ਗੱਲਾਂ ਨੇ ਜਿਹੜੀਆਂ ਅੱਜ ਤੁਸੀਂ ਕੀ ਵੇਖ ਕੇ ਆਏ ਹੋ? ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਸੁਪਨਾ ਤੇ ਅਸੀਂ ਨਹੀਂ ਕਹਿ ਸਕਦੇ, ਉਹਨੂੰ ਹਕੀਕਤ ਹੀ ਕਹਿ ਸਕਦੇ ਹਾਂ, ਕਿਉਂਕਿ ਸਾਡੇ ਤੇ ਉੱਥੇ ਜੋ ਬੀਤੀ ਹੈ ਅਸੀਂ ਖੁਦ ਉੱਥੇ ਮੌਜੂਦ ਸੀਗੇ ਜਦੋਂ ਤਾਲਿਬਾਨ ਆਏ ਤੇ ਲੋਕਾਂ ਨੇ ਵਗੜ ਦਗੜ ਮਚਾ ਲਈ ਕਿ ਜੀ ਨੱਸ ਜਾਓ ਜੀ, ਭੱਜ ਜਾਓ ਜੀ, ਗਵਰਨਮੈਂਟ ਚੇਂਜ ਹੋ ਗਈ। ਤੇ ਜਿਨ੍ਹਾਂ ਭਾਈ ਹਰਿੰਦਰ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਕਿਵੇਂ ਸਾਡੇ ਤੇ ਉੱਥੇ ਅਟੈਕਸ ਹੁੰਦੇ ਰਹੇ ਸਮਾਂ ਬਾ ਸਮਾਂ, ਤੇ ਸਾਨੂੰ ਅਸੀਂ ਉਹਨੂੰ ਹੀ ਪਤਾ ਹੁੰਦਾ ਜਿਹੜਾ ਉਸ ਟਾਈਮ ਉਹ ਚੀਜ਼ ਨੂੰ ਫੇਸ ਕਰ ਰਿਹਾ ਹੁੰਦਾ। ਉਹ ਦਰਦ, ਉਹ ਸਮਾਂ, ਉਹ ਸਾਰਾ ਕੁਝ ਉਹੀ ਬਿਆਨ ਕਰ ਸਕਦਾ। ਕਿ ਜਿਵੇਂ 1 ਜੁਲਾਈ 2018 ਦੇ ਵਿੱਚ ਵੀ ਜਲਾਲਾਬਾਦ ਦੇ ਜਿਹੜਾ ਅਟੈਕ ਹੋਇਆ, ਦਾਸ ਉੱਥੇ ਹੀ ਮੌਜੂਦ ਸੀਗਾ ਜੀ। ਬਲਕਿ ਕਾਬੁਲ ਦੇ ਵਿੱਚ ਜਦੋਂ ਸਾਰਿਆਂ ਨੂੰ ਲਿਆਂਦਾ ਗਿਆ, ਮੈਨੂੰ ਪ੍ਰੈਜ਼ੀਡੈਂਟ ਸਾਹਿਬ ਨੇ ਕਿਹਾ ਤੁਸੀਂ ਸਾਡੇ ਨਾਲ ਜਾਣਾ ਜਲਾਲਾਬਾਦ, ਪਰ ਕੁਦਰਤੀ ਪਿਤਾ ਜੀ ਕਹਿੰਦੇ ਕਿ ਜੀ ਤੁਸੀਂ ਦੁਕਾਨ 'ਤੇ ਜਾਓ, ਤੇ ਮੇਰੀ ਅੱਜ ਤਬੀਅਤ ਖਰਾਬ ਹੈ। ਤੇ ਮੈਂ ਡੈਡੀ ਦੀ ਗੱਲ ਮੰਨ ਲਈ, ਦੁਕਾਨ 'ਤੇ ਚਲਾ ਗਿਆ। 1 ਵਜੇ ਫ਼ੋਨ ਆਉਂਦਾ ਜੀ ਉੱਥੇ ਪ੍ਰੈਜ਼ੀਡੈਂਟ ਅਸ਼ਰਫ ਗਨੀ ਸਾਹਿਬ ਗੁਰਦੁਆਰਾ ਸਾਹਿਬ ਹੋ ਕੇ ਮੀਟਿੰਗ ਕਰਕੇ ਬੱਸ ਦੇ ਵਿੱਚ ਜਿਹੜੇ ਨਿਕਲੇ ਨੇ, ਤੇ ਉਹ ਸਾਰਾ ਕੁਝ ਕਰਕੇ ਜਦੋਂ ਪ੍ਰੈਜ਼ੀਡੈਂਟ ਸਾਹਿਬ ਨਿਕਲੇ ਨੇ ਤੇ 2 ਮਿੰਟ ਬਾਅਦ ਹੀ ਸਿੱਖਾਂ 'ਤੇ ਅਟੈਕ ਹੁੰਦਾ ਜੀ। ਤੇ ਇਹਨੂੰ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਹੀਏ, ਕੌਣ ਮਾਰ ਰਿਹਾ, ਕਿਉਂ ਮਾਰ ਰਿਹਾ, ਕਿਸ ਕਰਕੇ ਮਾਈਨੋਰਟੀਜ਼ 'ਤੇ ਅਟੈਕ ਹੋ ਰਿਹਾ ਹੈ। ਤੇ ਸਾਡਾ ਉਹ ਦੇਸ਼ ਹੈ, ਮਿੱਟੀ ਹੈ ਜਿੱਥੇ ਅਸੀਂ ਪੈਦਾ ਹੋਏ ਪਲੇ, ਬੜੇ ਦੁੱਖ ਹੈ, ਇੱਕ ਦਰਦ ਹੈ ਕਿ ਕਿਵੇਂ ਅਸੀਂ ਆਪਣੀ ਹਰ ਚੀਜ਼ ਛੱਡ ਕੇ ਉੱਧਰੋਂ ਨਿਕਲੇ। ਤੇ ਇਹ ਸਾਰੀਆਂ ਚੀਜ਼ਾਂ ਆਪਣਾ ਸੋਚ ਕੇ ਭਾਈ ਸਾਹਿਬ ਨੇ ਵੀ ਆਪਣੀ ਜਿਹੜੀ ਕਹਾਣੀ ਦੱਸੀ ਕਿ ਉਹਨਾਂ ਦੀ ਬੇਟੀ ਪਿਤਾ ਜੀ ਕਿਵੇਂ ਸ਼ਹੀਦ ਹੋਏ, ਤੇ ਆਪਣਿਆਂ ਦਾ ਦਰਦ ਫੇਸ ਕਰਕੇ ਹੀ ਪਤਾ ਲੱਗਦਾ। ਪਰ ਇਹ ਬਿਲਕੁਲ ਅਖੀਰ ਦੇ ਵਿੱਚ ਮੈਂ ਜ਼ਰੂਰ ਇੱਕ ਗੱਲ ਦੇ ਉੱਤੇ ਜਿਹੜਾ ਇਹਨੂੰ ਸਮ ਅਪ ਕਰਨਾ ਚਾਹਾਂਗਾ ਪ੍ਰੋਗਰਾਮ ਨੂੰ, ਕਿ ਅਸਲ ਦੇ ਵਿੱਚ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਗਲਤ ਹੋ ਜਾਂ ਤੁਸੀਂ ਗਲਤ ਕੀਤਾ। ਅਸੀਂ ਹਰੇਕ ਉਸ ਹੱਥ ਦਾ
ਜਿਨੇ ਅੱਗੇ ਵੱਧ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦਾ ਧੰਨਵਾਦ ਕਰਦੇ ਹਾਂ, ਉਹਦੇ ਗਾੜੀ ਸਿਰ ਝੁਕਾਉਂਦੇ ਹਾਂ। ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ, ਅਗਰ ਤੁਸੀਂ 1 ਰੁਪਿਆ ਦਿੱਤਾ ਹੈ ਤੇ ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ ਅਤੇ ਉਹਨੂੰ ਦੁਗਣੇ ਤਿਗਣੇ ਕਰਕੇ ਮੋੜੇ। ਪਰ ਕਈ ਲੋਕਾਂ ਨੇ ਇਹਨੂੰ ਮਿਸਯੂਜ਼ ਕੀਤਾ। ਅਸਲ ਦੇ ਵਿੱਚ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਜਿਹੜਾ ਹੈ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਾਂ ਕਿ ਸਮਝਣ ਦੀ ਕੋਸ਼ਿਸ਼ ਕਰੋ। ਹਰ ਵਾਰ ਜਿਹੜਾ ਹੈ ਕਿਸੇ ਦੇ ਜਜ਼ਬਾਤਾਂ ਨਾਲ ਖੇਡਣਾ ਜਿਹੜਾ ਉਹ ਜ਼ਰੂਰੀ ਨਹੀਂ ਹੁੰਦਾ। ਮੈਂ ਚਾਹੁੰਦਾ ਤੇ ਅੱਜ ਉਹਨਾਂ ਸੰਸਥਾਵਾਂ ਦੇ ਨਾਮ ਲੈ ਸਕਦਾ ਸੀ, ਪਰ ਪ੍ਰੋਬਲਮ ਇਹ ਹੋ ਜਾਂਦੀ ਹੈ ਕਿ ਬਾਅਦ 'ਚ ਉਹ ਕਹਿਣਗੇ ਕਿ ਤੁਸੀਂ ਸਾਡਾ ਭੰਡੀ ਪ੍ਰਚਾਰ ਕਰਤਾ, ਤੁਸੀਂ ਸਾਨੂੰ ਸਵਾਲ ਪਹਿਲਾਂ ਕਿਉਂ ਨਹੀਂ ਕੀਤਾ। ਸੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹਨਾਂ ਨੂੰ ਕਹਾਂਗੇ ਕਿ ਅਗਰ ਤੁਸੀਂ ਇਕੱਠੇ ਕੀਤੇ ਨੇ ਤਾਂ ਤੁਹਾਨੂੰ ਦੇਣੇ ਪੈਣਗੇ, ਤੁਸੀਂ ਦਿਓਗੇ। ਅਤੇ ਭਾਵੇਂ ਉਹ ਅੱਜ ਇੱਥੇ ਆ ਗਏ ਨੇ ਉਹਨਾਂ ਨੂੰ ਇੱਥੇ ਦਿਓਗੇ, ਜਾਂ ਜਿਹੜੇ ਰਹਿ ਗਏ ਨੇ ਉਹਨਾਂ ਦੀ ਮਦਦ ਵਾਸਤੇ ਜਿਹੜਾ ਉਹ ਪੈਸਾ ਭੇਜੋਗੇ। ਪਰ ਇਹ ਨਹੀਂ ਹੋਊਗਾ ਕਿ ਤੁਸੀਂ ਉਹਦੇ ਨਾਲ ਆਪਣੀਆਂ ਗੱਡੀਆਂ ਖਰੀਦੋਗੇ ਜਾਂ ਆਪਣਾ ਕਿਸੇ ਤਰੀਕੇ ਦਾ ਹੋਰ ਉਹ ਪੈਸਾ ਕਿਤੇ ਰੱਖੋਗੇ। ਉਹ ਕੰਮ ਜਿਹੜਾ ਉਹ ਨਹੀਂ ਹੋਣਾ। ਅਸੀਂ ਉਹਦੇ ਉੱਤੇ ਜਿਹੜੀ ਹੈ ਬਿਲਕੁਲ ਨਿਗਰਾਨੀ ਰੱਖਾਂਗੇ। ਅਸੀਂ ਸੰਸਥਾਵਾਂ ਨੂੰ ਕਹਾਂਗੇ ਕਿ ਤੁਹਾਨੂੰ ਇਹ ਸਭ ਕੁਝ ਜਿਹੜਾ ਉਹ ਕਰਨਾ ਪਏਗਾ। ਲੇਕਿਨ ਗੱਲ ਇਹ ਕਰਦੇ ਹਾਂ ਕਿ ਇਸ ਚੀਜ਼ ਨੂੰ ਵੀ ਧਿਆਨ ਰੱਖਿਆ ਜਾਵੇ ਕਿ ਅੱਜ ਇਨਸਾਨੀ ਜਾਨਾਂ ਤੇ ਅਸੀਂ ਬਾਹਰ ਕੱਢ ਲਈਆਂ ਨੇ, ਕੁਝ ਉੱਥੇ ਰਹਿ ਗਈਆਂ ਨੇ। ਸਾਡੇ ਧਾਰਮਿਕ ਗ੍ਰੰਥ ਅੱਜ ਉੱਥੇ ਵੀ ਹੈਗੇ ਨੇ, ਪਰ ਉਹਦੇ ਨਾਲ ਨਾਲ ਉਹ ਇਮਾਰਤਾਂ ਵੀ ਹੈਗੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜ਼ਰੂਰ ਪੁੱਛਿਆ ਕਰਨਗੀਆਂ ਕਿ ਉਹਦਾ ਕੀ ਬਣਿਆ। ਨੈਚੁਰਲੀ ਜਦੋਂ ਇਸ ਤਰੀਕੇ ਦੇ ਹਾਲਾਤ ਹੁੰਦੇ ਨੇ, ਕੋਈ ਵੀ ਆਪਣੇ ਆਪ ਨੂੰ ਖਤਰੇ 'ਚ ਨਹੀਂ ਪਾਉਣਾ ਚਾਹੁੰਦਾ। ਅਸੀਂ ਇਹ ਵੀ ਵੇਖਦੇ ਹਾਂ ਕਿ 2021-20 ਦੇ ਵਿੱਚ ਬੜੇ ਲੋਕੀ ਸਨ ਜਿਹੜੇ ਕਹਿੰਦੇ ਨੇ ਕਿ ਜੋ ਮਰਜ਼ੀ ਹੋ ਜੇ, ਅਸੀਂ ਇਸ ਧਰਤੀ ਨੂੰ ਨਹੀਂ ਛੱਡ ਕੇ ਜਾਣਾ, ਅਸੀਂ ਆਪਣੇ ਗੁਰੂ ਘਰਾਂ ਦੀ ਜਿਹੜੀ ਆ ਰੱਖਿਆ ਕਰਨੀ, ਅਸੀਂ ਇੱਥੇ ਪਹਿਰੇਦਾਰ ਬਣਾਂਗੇ। ਲੇਕਿਨ ਟੌਰਚਰ ਇੰਨਾ ਕੁ ਵੱਧ ਗਿਆ, ਡਰਾਵਾ ਇੰਨਾ ਕੁ ਵੱਧ ਗਿਆ, ਲੋਕਾਂ ਨੂੰ ਲਾਲਚ ਇਸ ਤਰੀਕੇ ਦੇ ਦਿੱਤੇ ਗਏ ਕਿ ਤੁਸੀਂ ਭਾਰਤ ਨਾ ਜਾਇਓ, ਪਾਕਿਸਤਾਨ ਨਾ ਜਾਇਓ, ਅਮਰੀਕਾ ਦਾ ਵੀਜ਼ਾ ਪਿਆ, ਕੈਨੇਡਾ ਦਾ ਵੀਜ਼ਾ ਪਿਆ। ਇਸ ਤਰੀਕੇ ਦੀਆਂ ਗੱਲਾਂ ਦੇ ਵਿੱਚ ਲੋਕ ਉਲਝ ਕੇ ਸਭ ਕੁਝ ਜਿਹੜਾ ਉਹ ਛੱਡਣ ਨੂੰ ਤਿਆਰ ਹੋ ਗਏ, ਜਿਹਦੇ ਕਰਕੇ ਬਹੁਤ ਵੱਡਾ ਉੱਥੇ ਇੱਕ ਨੁਕਸਾਨ ਹੋਇਆ। ਲੇਕਿਨ ਅੱਜ ਵੀ ਜਿੰਨੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਨੇ, ਜਾਂ ਜਿਹੜੀਆਂ ਸੰਸਥਾਵਾਂ ਦੇ ਮੁਖੀ ਕਹਿੰਦੇ ਨੇ ਕਿ ਸਾਡੀ ਚੱਲਦੀ ਹੈ, ਸਾਡੀਆਂ ਸਰਕਾਰਾਂ ਸੁਣਦੀਆਂ ਨੇ, ਮੇਰੇ ਤੋਂ ਬਗੈਰ ਜਿਹੜਾ ਸੂਰਜ ਚੜ੍ਹਦਾ ਨਹੀਂ ਹੈਗਾ, ਜੇ ਉਹ ਅੱਜ ਜਾਣ ਤਾਂ ਕੋਈ ਨਾ ਕੋਈ ਇੰਤਜ਼ਾਮ ਕਰਕੇ ਜਿਹੜਾ ਹੈ ਉਹਨਾਂ ਇਤਿਹਾਸਿਕ ਇਮਾਰਤਾਂ ਨੂੰ ਬਚਾ ਕੇ ਰੱਖਣ ਵਾਸਤੇ ਕੋਈ ਨਾ ਕੋਈ ਗੱਲਬਾਤ ਜਿਹੜੀ ਕਰ ਸਕਦੇ ਨੇ। ਬਿਲਕੁਲ ਸੋਹਣੀ ਗੱਲ ਕੀਤੀ ਸਾਡੇ ਕਾਲਰ ਨੇ ਕਿ ਕਈ ਵਾਰੀ ਹੁੰਦਾ ਕਿ ਸਾਡਾ ਦ੍ਰਿਸ਼ਟੀਕੋਣ ਕੁਝ ਹੋਰ ਹੈ, ਪਰ ਉੱਥੋਂ ਦੇ ਲੋਕ ਦ੍ਰਿਸ਼ਟੀਕੋਣ ਕਿਸੇ ਹੋਰ ਤਰੀਕੇ ਨਾਲ ਲੈਂਦੇ ਨੇ। ਅਸੀਂ ਕਹਿੰਦੇ ਕਿ ਅਸੀਂ ਵੇਖੋ ਜਾਂਬਾਜ਼ ਸੂਰਮੇ, ਉਹ ਕਹਿੰਦੇ ਨੇ ਕਿ ਹਮਲਾਵਰ ਨੇ। ਸੋ ਇਹਨਾਂ ਚੀਜ਼ਾਂ ਨੂੰ ਤਦ ਹੀ ਅਸੀਂ ਬ੍ਰਿਜ ਦੇ ਤੌਰ ਤੇ ਕੰਮ ਕਰ ਸਕਦੇ ਹਾਂ ਅਗਰ ਅਸੀਂ ਕਿਸੇ ਨਾ ਕਿਸੇ ਤਰੀਕੇ ਉੱਥੇ ਆਪਣਾ ਸੰਪਰਕ ਬਣਾ ਕੇ ਰੱਖੀਏ ਤੇ ਕਿਸੇ ਦੀ ਉੱਥੋਂ ਦੀ ਲੋਕਲ ਸੰਸਥਾ ਨੂੰ ਜ਼ਿੰਮੇਵਾਰੀ ਦਈਏ ਕਿ ਤੁਸੀਂ ਸਾਡੀ ਇਤਿਹਾਸਿਕ ਇਮਾਰਤਾਂ ਦੀ ਜਿਹੜੀ ਹੈ ਉਹ ਰੱਖਿਆ ਕਰੋ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਆਪਣੇ ਵਿਊਜ਼ ਜਿਹੜੇ ਨੇ ਜ਼ਰੂਰ ਸਾਂਝੇ ਕਰਨਾ manish@justbroadcasting.com ਤੇ ਅਤੇ info@justbroadcasting.com ਤੇ। ਦੁਬਾਰਾ ਅਗਲੇ ਵੀਰਵਾਰ ਹੋਵੇਗੀ ਤੁਹਾਡੇ ਨਾਲ ਮੁਲਾਕਾਤ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀਓ।